ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤਿ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤ੍ਰਿਭੁਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਣ ਕਹਿਤ ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਜਿਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ। ਅਕਾਲ ਪੁਰਖ ਵਾਹਿਗੁਰੂ ਜੀ ਦੇ ਅਵਤਾਰ ਚਵਰ ਛਤਰ ਤਖਤ ਦੇ ਮਾਲਕ ਮਿਹਰਾਂ ਦੇ ਸਾਈਂ ਜਾਹਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਿਆਣਕਾਰੀ ਗੋਦ ਅੰਦਰ ਆਪ ਗੁਰਮੁਖ ਪਿਆਰੇ ਸੱਜ ਬੈਠੇ ਹੋ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੂਸਰੇ ਸਰੂਪ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਤੇ ਦਮਦਮੀ ਟਕਸਾਲ ਦੇ ਸਮੂਹ ਸਤਿਕਾਰਯੋਗ ਮਹਾਂਪੁਰਖਾਂ ਦੀ ਮਿੱਠੀ ਪਿਆਰੀ ਯਾਦ ਵਿੱਚ ਇਹ ਸਮਾਗਮ ਚੱਲ ਰਹੇ ਨੇ। ਇਹਨਾਂ ਸਾਲਾਨਾ ਸਮਾਗਮਾਂ ਵਿੱਚ ਆਪ ਜੀ ਨੇ ਹਾਜ਼ਰੀ ਭਰਦਿਆਂ ਹੋਇਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ। ਉਪਰੰਤ ਅਤਿਅੰਤ ਸਤਿਕਾਰਯੋਗ ਸੰਤ ਮਹਾਂਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਦਲ ਪੰਥ ਵਿਧੀ ਚੰਦ ਉਹਨਾਂ ਗੁਰਮੁਖਾਂ ਤੋਂ ਵੀ ਆਪ ਜੀ ਨੇ ਕੁਝ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ। ਉਹਨਾਂ ਤੋਂ ਉਪਰੰਤ ਬਹੁਤ ਸਤਿਕਾਰਯੋਗ ਗਿਆਨੀ ਨਵਦੀਪ ਸਿੰਘ ਜੀ ਦਮਦਮੀ ਟਕਸਾਲ ਦੇ ਵਿਦਿਆਰਥੀ ਅਜਨਾਲੇ ਤੋਂ ਜਿਹੜੇ ਤੁਹਾਡੇ ਗੁਆਂਢੀ ਨੇ, ਉਹਨਾਂ ਨੇ ਥੋੜ੍ਹੇ ਜਿਹੇ ਮਿੰਟਾਂ ਵਿੱਚ ਬਹੁਤ ਕੀਮਤੀ ਬਚਨ ਆਪ ਜੀ ਨੂੰ ਸਰਵਣ ਕਰਵਾਏ। ਅਤੇ ਅਤਿਅੰਤ ਸਤਿਕਾਰਯੋਗ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ ਪਿੰਡਰਾਂ ਵਾਲੇ ਦਮਦਮੀ ਟਕਸਾਲ ਦੇ 12ਵੇਂ ਮੁਖੀ, ਉਹਨਾਂ ਦੇ ਸਤਿਕਾਰਯੋਗ ਪੋਤਰੇ ਬਾਈ ਜੀ ਬਾਈ ਅਵਤਾਰ ਸਿੰਘ ਜੀ, ਉਹਨਾਂ ਨੇ ਆਪ ਜੀ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਹੈ ਔਰ ਆਪ ਜੀ ਨੇ ਸਰਵਣ ਕਰਕੇ ਆਪਣੇ ਸਵਾਸ ਆਪਣਾ ਸਮਾਂ ਸਫਲਾ ਕੀਤਾ ਹੈ। ਉਹਨਾਂ ਨੇ ਵਿਚਾਰ ਕਰਦਿਆਂ ਹੋਇਆਂ ਇੱਕ ਨੁਕਤਾ ਆਪ ਜੀ ਨਾਲ ਸਾਂਝਾ ਕੀਤਾ ਕਿ ਕੁਝ ਲੋਕ ਇਸ ਸਮੇਂ ਵਿੱਚ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਨੂੰ ਵਿਗਾੜਨ ਦਾ ਯਤਨ ਕਰਦੇ ਪਏ ਨੇ। ਉਹਨਾਂ ਨੇ ਇਤਿਹਾਸ ਨੂੰ ਬਦਲਣ ਦਾ ਵੀ ਯਤਨ ਕੀਤਾ, ਵਿਗਾੜਨ ਦਾ ਵੀ ਯਤਨ ਕੀਤਾ।
ਜਿੱਥੇ ਆਪਾਂ ਆਪਣੀ ਤਵਾਰੀਖ ਵਿੱਚ ਹੁਣ ਤੱਕ ਗੁਰਮੁਖਾਂ ਤੋਂ ਇਹ ਸਰਵਣ ਕਰਦੇ ਆਏ ਕਿ ਸਾਂਝੇ ਵਾਰ ਵਿੱਚ ਬਾਬਾ ਦੀਪ ਸਿੰਘ ਜੀ ਦਾ ਸੀਸ ਲੱਥ ਗਿਆ ਸੀ। ਬਾਬਾ ਦੀਪ ਸਿੰਘ ਜੀ ਨੇ ਵੀ ਪਠਾਨ ਦਾ ਸਿਰ ਲਾ ਕੇ ਧਰਤੀ ਤੇ ਸਿੱਟ ਦਿੱਤਾ ਸੀ, ਪਰ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਬਾਬਾ ਜੀ ਨੇ ਆਪਣਾ ਸੀਸ ਖੱਬੀ ਟਲੀ ਤੇ ਟਿਕਾ ਕੇ ਤੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਕਰਕੇ ਪ੍ਰਕਰਮਾਂ ਵਿੱਚ ਜਾ ਕੇ ਸਾਧ ਸੰਗਤ ਜੀ ਆਪਣਾ ਸੀਸ ਜਿਹੜਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭੇਟ ਕੀਤਾ ਸੀ। ਪਰ ਜਿਨ੍ਹਾਂ ਦਾ ਹਿਰਦਾ ਖੁਸ਼ਕ ਹੁੰਦਾ ਹੈ ਉਹਨਾਂ ਵਾਸਤੇ ਸਾਧ ਸੰਗਤ ਜੀ ਇਹ ਗੱਲ ਅਸੰਭਵ ਹੈ। ਗੁਰੂ ਸਾਹਿਬ ਵਾਸਤੇ, ਪ੍ਰਮਾਤਮਾ ਵਾਸਤੇ ਇਹ ਗੱਲ ਕੋਈ ਅਸੰਭਵ ਨਹੀਂ ਹੁੰਦੀ। ਅਕਾਲ ਪੁਰਖ ਵਾਹਿਗੁਰੂ ਦੀ ਮਰਜ਼ੀ ਹੋਵੇ ਤਾਂ ਆਪਾਂ ਬਚਨ ਪੜ੍ਹਦੇ ਹਾਂ, ਪ੍ਰਭ ਭਾਵੈ ਬਿਨ ਸਾਸ ਤੇ ਰੱਖੈ। ਅਕਾਲ ਪੁਰਖ ਦੀ ਮਰਜ਼ੀ ਹੋਵੇ ਤਾਂ ਸਵਾਸਾਂ ਤੋਂ ਬਿਨਾਂ ਜਿਉਂਦਾ ਰੱਖ ਸਕਦਾ। ਹਾਲਾਂਕਿ ਆਪਾਂ ਕਹਿੰਦੇ ਸਵਾਸ ਚੱਲਦੇ ਤਾਂ ਮਨੁੱਖ ਜਿਉਂਦਾ, ਪਰ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਆ ਉਹ ਤਾਂ ਕਹਿੰਦੇ ਜੇ ਪ੍ਰਮਾਤਮਾ ਦੀ ਮਰਜ਼ੀ ਆ ਤਾਂ ਬਿਨਾਂ ਸਵਾਸਾਂ ਤੋਂ ਵੀ ਜਿਉਂਦਾ ਰੱਖ ਸਕਦਾ ਗੁਰਮੁਖੋ। ਪਰਮਾਤਮਾ ਦੀ ਮਰਜ਼ੀ ਹੋਵੇ ਤਾਂ ਸੀਹਾਂ ਬਾਜਾਂ ਚਰਗਾਂ ਕੂਹੀਆਂ ਇਹਨਾਂ ਖਵਾਲੇ ਕਾਹ ਕਾਹੋ ਖਾਣ ਤਿੰਨਾ ਮਾਸ ਖਵਾਲੇ ਇਹ ਚਲਾਏ ਰਾਹ। ਕਹਿੰਦੇ ਮਾਸ ਖਾਣ ਵਾਲਿਆਂ ਨੂੰ ਘਾਹ ਖਵਾਲ ਸਕਦਾ ਤੇ ਘਾਹ ਖਾਣ ਵਾਲਿਆਂ ਨੂੰ ਉਹ ਮਾਸ ਖਵਾਲ ਸਕਦਾ, ਉਸ ਅਕਾਲ ਪੁਰਖ ਵਾਹਿਗੁਰੂ ਦੀ ਮਰਜ਼ੀ ਹੋਵੇ ਤੇ। ਉਸ ਵਾਸਤੇ ਸਾਧ ਸੰਗਤ ਜੀ ਕੁਝ ਵੀ ਅਸੰਭਵ ਨਹੀਂ ਹੁੰਦਾ। ਪਰ ਫਿਰ ਵੀ ਜਿਹੜੇ ਲੋਕ ਇਹ ਇਤਿਹਾਸ ਵਿਗਾੜਨ ਦਾ ਯਤਨ ਕਰਦੇ ਪਏ ਨੇ ਉਹਨਾਂ ਦਾ ਆਪਣਾ ਅੰਦਰ ਸਾਧ ਸੰਗਤ ਜੀ ਕੱਚਾ ਹੁੰਦਾ ਹੈ। ਉਹ ਕਿਸੇ ਵੀ ਗੁਰੂ ਸਾਹਿਬ ਜੀ ਦੀ ਸ਼ਕਤੀ ਨੂੰ ਜਾਂ ਗੁਰੂ ਦੇ ਪਿਆਰਿਆਂ ਦੀ ਸ਼ਕਤੀ ਨੂੰ ਮੰਨ ਕੇ ਰਾਜੀ ਨਹੀਂ। ਉਹ ਕਹਿੰਦੇ ਕਰਾਮਾਤ ਹੁੰਦੀ ਨਹੀਂ ਜੀ, ਇਹ ਕਿੱਥੋਂ ਆ ਗਈ? ਚਲੋ ਉਹਨਾਂ ਦੀ ਆਪਣੀ ਮਰਜ਼ੀ ਹੈ। ਇਤਿਹਾਸ ਨੂੰ ਉਹ ਕਹਿਣਗੇ ਇੱਥੇ ਕਰਾਮਾਤ ਨਹੀਂ ਆ ਸਕਦੀ। ਗੁਰੂ ਕਾਲ ਦੇ ਵਿੱਚ ਵੀ ਜਿਹੜੀਆਂ ਸ਼ਕਤੀਆਂ ਵਰਤੀਆਂ ਉਹ ਕਹਿਣਗੇ ਹੋ ਨਹੀਂ ਸਕਦੀਆਂ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਸ਼ਬਦ ਕਿੱਥੇ ਲੈ ਜਾਣਗੇ ਉਹ? ਜਿੱਥੇ ਮਹਾਰਾਜ ਜੀ ਨੇ ਸ਼ਬਦਾਂ ਵਿੱਚ ਹੀ, ਹੁਣ ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਉਹ ਕਹਿੰਦੇ ਨੇ ਨਾਮਾ ਸੁਲਤਾਨੇ ਬਾਦਲਾ ਦੇਖੋ ਤੇਰਾ ਹਰ ਬੀਠਲਾ ਬਿਸਮਿਲ ਗਊ ਦੇਹੋ ਜੀ ਆਏ ਨਾਤਰ ਗਰਦਨ ਮਾਰੋ ਠਾਏ ਸਾਤ ਘੜੀ ਜਬ ਬੀਤੀ ਸੁਣੀ ਅਜ ਹੋ ਨਾ ਆਇਓ ਤੇਰੇ ਭਉਣ ਧਣੀ ਪਾਖੰਤਨ ਬਾਜ ਬਜਾਏ ਲਾ ਗਰੜ ਚੜੇ ਗੋਬਿੰਦ ਆਏ ਲਾ। ਪੂਰਾ ਸ਼ਬਦ ਹੈ ਇਹਦੇ ਪ੍ਰਥਾਏ ਵੀ ਗਊ ਮਾਰ ਦਿੱਤੀ ਗਈ। ਅਕਾਲ ਪੁਰਖ ਵਾਹਿਗੁਰੂ ਜੀ ਨੇ ਪ੍ਰਤੱਖ ਹੋ ਕੇ ਪ੍ਰਗਟ ਹੋ ਕੇ ਭਗਤ ਦੀ ਪਿਆਜ ਰੱਖੀ ਤੇ ਗਊ ਜਿਉਂਦੀ ਕੀਤੀ। ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ, ਇਹਨੂੰ ਕਿੱਥੇ ਲੈ ਜਾਣਗੇ ਉਹ? ਕਿਸੇ ਇਤਿਹਾਸਕ ਘਟਨਾ ਨੂੰ ਕਹਿ ਦੇਣਗੇ ਅਸੀਂ ਨਹੀਂ ਮੰਨਦੇ ਜੀ। ਲੱਥਾ ਹੋਇਆ ਸਿਰ ਕਿਵੇਂ ਜੁੜ ਸਕਦਾ ਤੇ ਮਰੀ ਹੋਈ ਗਊ ਕਿਵੇਂ ਜਿਉਂਦੀ ਹੋ ਸਕਦੀ? ਇਹ ਤਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਨਾ। ਦੂਧਿਆ ਦੋਹਜਾ ਮਟਕੀ ਭਰੀ ਲੈ ਬਾਦਸ਼ਾਹ ਕੇ ਆਗੇ ਤਰੀ ਬਾਦਸ਼ਾਹ ਮਹਿਲ ਮੈਂ ਜਾਇਆ ਉਹ ਘਟ ਕੀ ਘਟ ਲੱਗ ਗਿਆ। ਪੂਰਾ ਸ਼ਬਦ ਹੈ। ਉਹ ਕਹਿੰਦੇ ਉਸੇ ਮਰੀ ਗਊ ਨੂੰ ਜਿਉਂਦੀ ਕੀਤਾ ਪ੍ਰਮਾਤਮਾ ਨੇ, ਕਿਉਂਕਿ ਉਹਨੇ ਬਚਨ ਕੀਤੇ ਆਣ ਕੇ। ਭਗਤ ਨਾਮਦੇਵ ਜੀ ਕਹਿੰਦੇ ਮੈਨੂੰ ਆਣ ਕੇ ਅਕਾਲ ਪੁਰਖ ਵਾਹਿਗੁਰੂ ਨੇ ਆਖਿਆ, ਕਹੇ ਤਾਂ ਧਰਨੇ ਕੋਡੀ ਕਰੋ, ਕਹੇ ਤਾਂ ਲੇਕਰ ਉੱਪਰ ਧਰੋ, ਕਹੇ ਤਾਂ ਮੁਈ ਗਊ ਦਿਓ ਜੀ ਆਏ ਸਭ ਕੋਈ ਦੇਖਿਆ ਪਤੀ ਆਏ। ਤੂੰ ਕਹਿੰਦਾ ਤੇ ਧਰਤੀ ਟੇਢੀ ਕਰ ਦੇਣਾ, ਤੂੰ ਕਹਿੰਦਾ ਇਹਨਾਂ ਨੂੰ ਸਜ਼ਾ ਦੇਣਾ, ਮੈਂ ਇਹਨਾਂ ਨੂੰ ਖਤਮ ਕਰ ਦਿਆਂਗਾ, ਮੈਂ ਉਹਨਾਂ ਧਰਤੀ ਦਾ ਟੁਕੜਾ ਚੱਕ ਕੇ ਇਹਨਾਂ ਨੂੰ ਪੁੱਠੀ ਕਰ ਦਿਆਂ। ਤੂੰ ਕਹਿੰਦਾ ਤਾਂ ਮੁਰੀ ਹੋਈ ਗਊ ਜਵਾ ਦਿਆਂ। ਉਹ ਵੀ ਸਾਰਿਆਂ ਲੋਕਾਂ ਦੇ ਵੇਖਿਆ, ਲੋਕਾਂ ਦਾ ਭਰੋਸਾ ਵੱਧ ਜਾਏ, ਸਾਰਿਆਂ ਦੇ ਵੇਖਦੇ ਆ। ਤਾਂ ਭਗਤ ਨਾਮਦੇਵ ਨੇ ਆਖਿਆ ਪਰਣਾ ਨਾਮਾ ਸੇਲ ਮਸੇਲ ਗਊ ਦਹਾਈ ਬਸ਼ਰਾ ਮਿਲੋ। ਕਹਿੰਦੇ ਲੜਾਈ ਤਾਂ ਇੰਨੀ ਪਈ ਹੈ, ਜੇ ਤੁਸੀਂ ਆ ਹੀ ਗਏ ਮਹਾਰਾਜ ਤੇ ਗਊ ਜਿਉਂਦੀ ਕਰੋ ਝਗੜਾ ਖਤਮ ਹੋ ਜਾਏ। ਉਹ ਤਾਂ ਇਹੀ ਕਹਿ ਰਿਹਾ ਵੀ ਗਊ ਜਿਉਂਦੀ ਕਰੋ ਤੇ ਬਸ ਗੱਲ ਖਤਮ। ਤੇ ਪਰਮਾਤਮਾ ਨੇ ਗਊ ਜਿਉਂਦੀ ਕੀਤੀ। ਸ਼ਬਦ ਹੈ ਗੁਰਬਾਣੀ ਦਾ, ਕਿੱਥੇ ਲੈ ਜਾਣਗੇ ਕੱਢ ਕੇ ਉਹ? ਮੰਨਣਾ ਪਵੇਗਾ ਵੀ ਪ੍ਰਮਾਤਮਾ ਦੀ ਸ਼ਕਤੀ ਵਰਤਦੀ ਹੈ। ਮੰਨਣਾ ਪਵੇਗਾ ਪ੍ਰਮਾਤਮਾ ਅਗਰ ਚਾਹੇ ਤੇ ਮਾਸ ਖਾਣ ਵਾਲਿਆਂ ਨੂੰ ਘਾਹ ਖਵਾ ਸਕਦਾ ਤੇ ਘਾਹ ਖਾਣ ਵਾਲਿਆਂ ਨੂੰ ਮਾਸ ਖਵਾ। ਜੇ ਇੰਨੀ ਵੀ ਪ੍ਰਮਾਤਮਾ ਦੀ ਸ਼ਕਤੀ ਨਹੀਂ ਵਰਤਣੀ ਤਾਂ ਫਿਰ ਤਾਂ ਸਾਧ ਸੰਗਤ ਜੀ ਭਗਤ ਪੈਦਾ ਹੀ ਨਾ ਹੋਣਗੇ ਦੁਨੀਆ ਤੇ। ਫਿਰ ਅਸੀਂ ਇਹ ਕਿਵੇਂ ਯਕੀਨ ਕਰਾਂਗੇ ਕਿ ਪ੍ਰਮਾਤਮਾ ਪਰਲੋਕ ਵਿੱਚ ਵੀ ਸਾਡੀ ਬਾਂਹ ਫੜ ਲਏਗਾ? ਸਾਰੀ ਸਾਡੀ ਤਵਾਰੀਖ ਭਰੀ ਪਈ ਹੈ ਵੀ ਜਿੱਥੇ ਗੁਰੂ ਸਾਹਿਬ ਜੀ ਨੂੰ ਪ੍ਰੇਮ ਨਾਲ ਸਿੱਖਾਂ ਨੇ ਚੇਤੇ ਕੀਤਾ। ਸਿੱਖ ਭਾਵੇਂ ਕਾਬਲ 'ਚ ਬੈਠਾ ਤਾਂ ਗੁਰੂ ਸਾਹਿਬ ਜੀ ਨੇ ਉਹਦੀ ਪਹਿਜ ਰੱਖੀ ਹੈ। ਫਿਰ ਭਾਈ ਗੁਰਦਾਸ ਜੀ ਦੀਆਂ ਪੌੜੀਆਂ ਪੜ੍ਹੋ ਤੁਸੀਂ, ਕਿੰਨੀਆਂ ਆਉਣਗੀਆਂ ਭਈ ਉਹ ਭਗਤ ਸੈਣ ਜੀ ਦੀ ਥਾਂ ਤੇ ਆਪ ਅਕਾਲ ਪੁਰਖ ਵਾਹਿਗੁਰੂ ਉਹਨਾਂ ਦਾ ਸਰੂਪ ਧਾਰ ਕੇ ਜਾ ਕੇ ਰਾਜੇ ਦੀ ਸੇਵਾ ਕਰ ਆਇਆ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ। ਆਏ ਸੰਤ ਪ੍ਰਾਹੁਣੇ ਕੀਰਤਨ ਹੋਵਾ ਰਹਿਣ ਸਬਾਈ, ਛੱਡ ਨਾ ਸਕੇ ਸਾਧ ਜਨ ਰਾਜ ਦਵਾਰ ਨਾ ਸੇਵ ਕਮਾਈ। ਇਹ ਭਾਈ ਗੁਰਦਾਸ ਜੀ ਭਗਤ ਸੈਣ ਜੀ ਦੀ ਬਾਬਤ ਲਿਖਦੇ ਪਏ ਆ। ਔਰ ਉਹ ਭਾਈ ਗੁਰਦਾਸ ਜੀ ਜਿਹੜੇ ਬ੍ਰਹਮ ਗਿਆਨੀ ਜਿਨ੍ਹਾਂ ਨੇ ਪੂਰਾ ਸਰੂਪ ਆਪਣੇ ਹੱਥੀਂ ਲਿਖਿਆ, ਪੰਜਵੇਂ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਬੈਠ ਕੇ, ਜਿਹੜੇ ਤੀਸਰੇ ਪਾਤਸ਼ਾਹ ਜੀ ਦੀ ਅੰਸ਼ ਬੰਸ ਨੇ ਉਸ ਕੁਲ ਵਿੱਚ ਪੈਦਾ ਹੋਏ ਨੇ। ਇੰਨੇ ਵੱਡੇ ਗੁਰਮੁਖ ਪਿਆਰੇ ਲਿਖਦੇ ਪਏ ਐ ਵੀ ਭਗਤ ਸੈਣ ਜੀ ਦੇ ਘਰੇ ਸੰਤ ਪ੍ਰਾਹੁਣੇ ਆ ਗਏ, ਉੱਥੇ ਪ੍ਰਮਾਤਮਾ ਦਾ ਜਸ ਸਤ ਸੰਗਤ ਚੱਲਣ ਲੱਗ ਪਈ ਤੇ ਭਗਤ ਸੈਣ ਜੀ ਐਸੇ ਸਤ ਸੰਗਤ ਦੇ ਰਸ ਵਿੱਚ ਮਗਨ ਹੋਏ। ਉਹ ਰਾਜੇ ਦਾ ਇਸ਼ਨਾਨ ਕਰਾਉਣ ਹੀ ਨਹੀਂ ਗਏ, ਉਹਦੀ ਡਿਊਟੀ ਨਹੀਂ ਆਪਣੀ ਕੀਤੀ, ਸੇਵਾ ਤੇ ਨਹੀਂ ਪਹੁੰਚੇ, ਉਦਣ ਨਾਗਾ ਪੈ ਗਿਆ। ਇਹ ਲਿਖਦੇ ਆ ਭਾਈ ਗੁਰਦਾਸ ਜੀ। ਆਏ ਸੰਤ ਪ੍ਰਾਹੁਣੇ ਕੀਰਤਨ ਹੋਵਾ ਰਹਿਣ ਸਬਾਈ, ਛੱਡ ਨਾ ਸਕੇ ਸਾਧ ਜਨ ਰਾਜ ਦਵਾਰ ਨਾ ਸੇਵ ਕਮਾਈ। ਕਹਿੰਦੇ ਉਹ ਸਤ ਸੰਗਤ ਛੱਡ ਨਹੀਂ ਸਕੇ ਭਗਤ ਨਾਮਦੇਵ ਜੀ, ਤੇ ਰਾਜੇ ਦੀ ਉਹਨਾਂ ਦੀ ਨੌਕਰੀ ਸੀ, ਉਹ ਸੇਵਾ ਕਰਨ ਗਏ ਨਹੀਂ ਉਸ ਦਿਨ। ਹੁਣ ਰਾਜੇ ਦੀ ਸੇਵਾ ਕਰਨੀ ਗਏ
ਇੱਥੇ ਇੱਕ ਗੈਰ ਹਾਜ਼ਰੀ ਲੱਗ ਜਾਏ ਤਾਂ ਵੀ ਜਾਣ ਦੇ ਲਾਲੇ ਬਣ ਜਾਂਦੇ ਨੇ ਭਈ ਫਿਰ ਪਤਾ ਨਹੀਂ ਹੁਣ ਕੀ ਫਰਮਾਨ ਆਵੇਗਾ। ਆ ਸਰਕਾਰੀ ਜਿਹੜੀ ਡਿਊਟੀ ਕਰਦੇ ਨੇ ਗੁਰਮੁਖ ਪਿਆਰੇ ਲੋਕ, ਉਹਨਾਂ ਨੂੰ ਪਤਾ ਹੈ ਉਹ ਤੇ ਰਾਜਾ ਸੀ। ਰਾਜੇ ਦੀ ਤੇ ਜ਼ਬਾਨ ਹੀ ਕਾਨੂੰਨ ਹੁੰਦੀ। ਗੁਰਮੁਖ ਉਹ ਕਹਿ ਦੇ ਇਹ ਨਹੀਂ ਆਇਆ, ਚਲੋ ਟੰਗ ਦਿਓ ਸੂਲੀ ਤੇ ਟੰਗ ਦਿਓ, ਕਿਹਨੇ ਰੋਕਣਾ? ਰਾਜਾ ਕਹਿ ਦੇਵੇ ਵੀ ਇਹਨੂੰ ਦੇ ਦਿਓ ਫਾਂਸੀ ਦੇ ਦਿਓ, ਕੌਣ ਰੋਕਣ ਵਾਲਾ? ਉਹਦੀ ਤੇ ਜ਼ਬਾਨ ਹੀ ਕਾਨੂੰਨ ਆ ਨਾ, ਜੋ ਮੁਖ ਤੋਂ ਨਿਕਲ ਗਿਆ ਨਿਕਲ ਗਿਆ। ਇਹ ਇਸ ਭਗਤ ਸੈਣ ਜੀ ਨੂੰ ਵੀ ਪਤਾ ਸੀ ਵੀ ਹੁਣ ਮੈਂ ਡਿਊਟੀ ਕੀਤੀ ਨਹੀਂ, ਕਿਉਂਕਿ ਉਹਨਾਂ ਦੀ ਡਿਊਟੀ ਸੀ ਰਾਜੇ ਦਾ ਇਸ਼ਨਾਨ ਕਰਵਾਉਣ ਦੀ, ਰਾਜੇ ਦੀਆਂ ਤਲੀਆਂ ਝੱਸਣ ਦੀ, ਰਾਜੇ ਦੇ ਪੱਗ ਬੰਨ੍ਹਣੀ ਤੇ ਸ਼ੀਸ਼ਾ ਫੜ ਕੇ ਖੜਨ ਦੀ ਡਿਊਟੀ ਸੀ ਭਗਤ ਨਾਮਦੇਵ ਜੀ ਦੀ। ਰਾਜੇ ਇਦਾਂ ਕਰਦੇ ਸੀ, ਆਪਾਂ ਨੂੰ ਪਤਾ, ਪਿੰਡਾਂ 'ਚ ਆਪਾਂ ਰਾਜੇ ਕਹਿੰਦੇ ਸਾ, ਭਗਤ ਸੈਣ ਜੀ ਨਾਈ ਨੇ ਜਾਤ ਕਰਕੇ। ਤਾਂ ਹੁਣ ਉਹ ਮਾਫੀ ਮੰਗਣ ਗਏ ਨੇ। ਜਦੋਂ ਸੰਗਤ ਦੀ ਸਮਾਪਤੀ ਹੋਈ, ਦੀਵਾਨ ਸਮਾਪਤ ਹੋਇਆ, ਫਿਰ ਉਹਨਾਂ ਨੇ ਆਖਿਆ ਚਲੋ ਮਾਫੀ ਮੰਗ ਕੇ ਦੇਖਾਂਗੇ ਰਾਜੇ ਕੋਲੋਂ, ਜੇ ਮਾਫ ਕਰ ਦੇ। ਡਿਊਟੀ ਤਾਂ ਜਾ ਨਹੀਂ ਸਕੇ। ਇੱਧਰ ਉਹ ਮਾਫੀ ਮੰਗਣ ਵਾਸਤੇ ਗਏ, ਡਿਊਟੀ ਤੇ ਨਹੀਂ ਪਹੁੰਚੇ। ਉਧਰ ਭਾਈ ਗੁਰਦਾਸ ਜੀ ਕਹਿੰਦੇ ਸੈਣ ਰੂਪ ਹਰ ਜਾਏ ਕੇ ਆਇਆ ਰਾਣੇ ਨੋ ਰਿਝਾਈ। ਸੈਣ ਰੂਪ ਹਰ ਜਾਏ ਕੇ, ਹਰੀ ਆਪ ਗਿਆ ਸੈਣ ਦਾ ਰੂਪ ਧਾਰ ਕੇ ਤੇ ਰਾਜੇ ਦੀ ਸੇਵਾ ਕਰਤੀ ਜਾ ਕੇ। ਰਾਜੇ ਨੂੰ ਕੋਈ ਪਤਾ ਨਹੀਂ ਵੀ ਇਹ ਪ੍ਰਮਾਤਮਾ ਆ ਗਿਆ ਕਿ ਭਗਤ ਸੈਣ ਹੈ। ਉਸੇ ਤਰ੍ਹਾਂ ਰਾਜੇ ਨੇ ਇਸ਼ਨਾਨ ਕੀਤਾ, ਉਹਨਾਂ ਨੇ ਤਲੀਆਂ ਝੱਸੀਆਂ, ਰਾਜੇ ਨੇ ਪੱਗ ਬੱਧੀ ਤੇ ਪ੍ਰਮਾਤਮਾ ਨੂੰ ਸ਼ੀਸ਼ਾ ਲੈ ਕੇ ਖੜਾ ਸਾਹਮਣੇ ਸੈਣ ਦੇ ਰੂਪ 'ਚ। ਸੈਣ ਰੂਪ ਹਰ ਜਾਏ ਕੇ ਆਇਆ ਰਾਣੇ ਨੂੰ ਰਿਝਾਈ। ਸੰਤ ਜਨਾਂ ਨੂੰ ਵਿਦਾ ਕਰ ਰਾਜ ਦਵਾਰ ਗਿਆ ਸਰਮਾਈ। ਭਾਈ ਗੁਰਦਾਸ ਜੀ ਕਹਿੰਦੇ ਨੇ ਮੁੜ ਕੇ ਉਹਨਾਂ ਨੂੰ ਵਿਦਾ ਕਰਕੇ ਆਪਣੇ ਘਰੋਂ ਗੁਰਮੁਖਾਂ ਨੂੰ ਤੇ ਮਾਫੀ ਮੰਗਣ ਲਈ ਸ਼ਰਮਿੰਦੇ ਭਗਤ ਸੈਣ ਜੀ ਉੱਥੇ ਗਏ ਉਹਦੇ ਰਾਜੇ ਦੇ ਦਰਬਾਰ ਵਿੱਚ। ਤਾਂ ਜਦੋਂ ਰਾਜੇ ਨੇ ਵੇਖਿਆ ਭਗਤ ਜੀ ਆਏ ਨੇ, ਉਹ ਆਪਣੇ ਸਿੰਘਾਸਨ ਤੋਂ ਉੱਠ ਕੇ ਤੇ ਉਹਨੇ ਖੋਲ ਕਵਾਏ ਗਲੋਂ ਪਹਿਨਾਈ। ਉਹ ਆਪਣਾ ਕੀਮਤੀ ਲਿਬਾਸ ਜਿਹੜਾ ਜਾਮਾ ਸੀ ਉਹ ਭਗਤ ਸੈਣ ਜੀ ਨੂੰ ਪਵਾਤਾ ਤੇ ਸਿੰਘਾਸਨ ਤੇ ਬਿਠਾਇਆ। ਹੁਣ ਭਗਤ ਸੈਣ ਜੀ ਤਾਂ ਮਾਫੀ ਮੰਗਣ ਆਏ, ਮੈਂ ਡਿਊਟੀ ਤੇ ਨਹੀਂ ਆਇਆ। ਉਹਨਾਂ ਨੂੰ ਪਤਾ ਲੱਗ ਗਿਆ ਵੀ ਗੁੱਸੇ ਦਾ ਮਾਰਾ ਹੀ ਇਦਾਂ ਕਰਦਾ ਪਿਆ, ਜਿਵੇਂ ਬੱਕਰੇ ਤੋਂ ਪਹਿਲਾਂ ਉਹਦਾ ਇਸ਼ਨਾਨ ਪਾਣੀ ਜਿਹਾ ਕਰਾਉਂਦੇ ਹੁੰਦੇ ਆ ਉਹਨੂੰ ਕਰਨ ਤੋਂ ਪਹਿਲਾਂ। ਉਹਨੇ ਸੋਚਿਆ ਵੀ ਮੈਂ ਤਾਂ ਮਾਫੀ ਮੰਗਣ ਆਇਆ ਕਿਉਂਕਿ ਮੈਂ ਡਿਊਟੀ ਨਹੀਂ ਆਇਆ, ਮੇਰੀ ਡਿਊਟੀ ਸੀ ਇਹਦਾ ਇਸ਼ਨਾਨ ਕਰਾਉਣਾ ਸੀ, ਇਹਨੇ ਮੈਂ ਰੋਜ਼ ਕਰਾਉਣਾ ਇਹਦਾ ਇਸ਼ਨਾਨ, ਇਹਨੇ ਪੱਗ ਬੰਨ੍ਹਣੀ ਸੀ, ਮੈਂ ਸ਼ੀਸ਼ਾ ਫੜ ਕੇ ਖੜਨਾ ਸੀ, ਮੈਂ ਇਹਦੀਆਂ ਤਲੀਆਂ ਝੱਸਣੀਆਂ ਸੀ, ਤਾਂ ਮੈਂ ਡਿਊਟੀ ਨਹੀਂ ਕੀਤੀ। ਇਹਦਾ ਅਰਥ ਹੈ ਵੀ ਗੁੱਸੇ ਵਿੱਚ ਹੀ ਆਣ ਕੇ ਮੇਰਾ ਸਤਿਕਾਰ ਕਰੀ ਜਾ ਰਿਹਾ, ਨਹੀਂ ਤੇ ਮੈਨੂੰ ਆਪਣੇ ਸਿੰਘਾਸਨ ਤੇ, ਇੱਕ ਨੌਕਰ ਨੂੰ ਆਪਣੇ ਸਿੰਘਾਸਨ ਤੇ ਬਿਠਾਵੇ। ਉਹਨੇ ਆਖਿਆ ਜੀ ਮੈਂ ਮਾਫੀ ਚਾਹੁੰਦਾ, ਮੇਰੀ ਜਾਨ ਬਖਸ਼ੀ ਜਾਵੇ, ਮੈਂ ਮੁੜ ਕੇ ਇਦਾਂ ਦੀ ਗਲਤੀ ਕਦੇ ਨਹੀਂ ਕਰਾਂਗਾ, ਮੈਨੂੰ ਪਤਾ ਮੇਰੇ ਤੋਂ ਭੁੱਲ ਹੋ ਗਈ, ਮੈਂ ਆ ਨਹੀਂ ਸਕਿਆ। ਰਾਜਾ ਕਹਿੰਦਾ ਆ ਨਹੀਂ ਸਕਿਆ, ਆ ਤੇਰਾ ਸਨਮਾਨ ਮੈਂ ਇਸ ਕਰਕੇ ਕਰਦਾ ਪਿਆ ਵੀ ਜਿਹੜੀ ਤੂੰ ਅੱਜ ਆਣ ਕੇ ਸਵੇਰੇ ਸੇਵਾ ਕੀਤੀ, ਮੇਰੇ ਦੁੱਖ ਕੱਟੇ ਗਏ, ਇੰਨਾ ਆਨੰਦ ਮੈਨੂੰ ਆਇਆ, ਜਿਹੜੀਆਂ ਤਲੀਆਂ ਤੂੰ ਸਵੇਰੇ ਝੱਸੀਆਂ। ਉਹ ਕਹਿੰਦਾ ਜੀ ਮੈਂ ਤਾਂ ਆਇਆ ਹੀ ਨਹੀਂ ਅੱਜ ਸਵੇਰੇ, ਮੈਂ ਤਾਂ ਨਹੀਂ ਆਇਆ। ਤੂੰ ਕਹਿੰਦਾ ਕਿਉਂ ਨਹੀਂ ਆਇਆ? ਆ ਪੁੱਛ ਸਾਰਿਆਂ ਨੂੰ, ਤੂੰ ਸਮੇਂ ਤੇ ਆਇਆ, ਤੂੰ ਇਸ਼ਨਾਨ ਕਰਵਾਇਆ, ਤੂੰ ਮੇਰੀ ਪੱਗ ਬਣਾਈ, ਤੂੰ ਮੇਰੀਆਂ ਤਲੀਆਂ ਝੱਸੀਆਂ, ਤੂੰ ਸਾਰਾ ਕੁਝ ਕੀਤਾ। ਫਿਰ ਹੈਰਾਨ ਹੋਏ ਭਗਤ ਸੈਣ ਜੀ ਵੀ ਸੱਚੀ ਗੱਲ ਹੈ? ਉਹ ਕਹਿੰਦੇ ਸੱਚੀ ਹੈ, ਸਾਰੀ ਕਚਹਿਰੀ ਨੂੰ ਪੁੱਛੋ। ਉਹਨਾਂ ਆਖਿਆ ਭਗਤ ਜੀ ਕੀ ਹੋ ਗਿਆ ਤੁਹਾਨੂੰ? ਭਗਤ ਜੀ ਤਾਂ ਬਾਅਦ ਚ ਹੋਏ, ਉਦੋਂ ਤਾਂ ਨੌਕਰ ਹੀ ਸੀ। ਆਖਿਆ ਕੀ ਹੋ ਗਿਆ ਤੁਹਾਨੂੰ? ਤੁਸੀਂ ਆਏ ਸੀ ਸਵੇਰੇ ਪੂਰੇ ਸਮੇਂ ਤੇ ਆਣ ਕੇ ਇਸ਼ਨਾਨ ਕਰਾਇਆ। ਫਿਰ ਭਗਤ ਸੈਣ ਜੀ ਦੀ ਭੁੱਬ ਨਿਕਲੀ, ਅੱਖਾਂ 'ਚ ਪਾਣੀ ਆਇਆ। ਉਹਨਾਂ ਕਿਹਾ ਗੱਲ ਅਸਲ 'ਚ ਇਹ ਜੇ, ਹਕੀਕਤ ਇਹ ਆ ਵੀ ਮੈਂ ਨਹੀਂ ਆਇਆ, ਮੇਰੇ ਘਰ ਸੰਤ ਪ੍ਰਾਹੁਣੇ ਆ ਗਏ ਸੀ ਤੇ ਸਤਸੰਗ ਚੱਲਦਾ ਰਿਹਾ, ਮੈਂ ਉੱਠ ਨਹੀਂ ਸਕਿਆ ਉੱਥੋਂ। ਜੇ ਤੁਸੀਂ ਕਹਿੰਦੇ ਜੇ ਮੈਂ ਆਇਆ, ਇਹਦਾ ਅਰਥ ਹੈ ਫਿਰ ਉਹ ਪ੍ਰਮਾਤਮਾ ਆ ਗਿਆ ਜਿਹਦੀ ਯਾਦ 'ਚ ਮੈਂ ਜੁੜਿਆ ਬੈਠਾ ਸੀ। ਕਿੱਥੇ ਲੈ ਜਾਣਗੇ ਭਾਈ ਗੁਰਦਾਸ ਜੀ ਦੀ ਇਸ ਪੌੜੀ ਨੂੰ? ਜਿੰਨਾ ਮਰਜ਼ੀ ਇਤਿਹਾਸ ਨੂੰ ਵਿਗਾੜਨ ਦਾ ਯਤਨ ਕਰਨ, ਕਰਾਮਾਤ ਨਹੀਂ ਹੁੰਦੀ ਹੈ। ਕਰਾਮਾਤ ਨਹੀਂ ਵੀ ਭਗਤ ਜੀ ਦੀ ਥਾਂ ਤੇ ਪ੍ਰਮਾਤਮਾ ਆਪ ਜਾ ਕੇ ਰਾਜੇ ਦੀਆਂ ਤਲੀਆਂ ਝੱਸਦਾ ਪਿਆ, ਉਹਦਾ ਇਸ਼ਨਾਨ ਕਰਵਾਉਂਦਾ ਪਿਆ। ਉਸ ਦਿਨ ਤੋਂ ਬਾਅਦ ਮੁੜ ਕੇ ਭਗਤ ਸੈਣ ਜੀ ਕੋਲੋਂ ਉਹਨੇ ਕਦੀ ਸੇਵਾ ਨਹੀਂ ਕਰਵਾਈ ਤੇ ਸਨਮਾਨ ਰੋਜ਼ ਭਗਤ ਜੀ ਦਾ ਕੀਤਾ ਜਾਂਦਾ ਸੀ। ਤਾਂ ਭਗਤ ਪ੍ਰਗਟ ਹੋਏ, ਭਗਤ ਸੈਣ ਜੀ ਉੱਥੋਂ ਪ੍ਰਗਟ ਹੋਏ ਵੀ ਇਹ ਭਗਤ ਨੇ ਪ੍ਰਮਾਤਮਾ ਦੇ। ਤਾਂ ਭਗਤ ਸੈਣ ਜੀ ਦੀ ਆਪਾਂ ਆਰਤੀ 'ਚ ਸ਼ਬਦ ਪੜ੍ਹਦੇ ਹਾਂ। ਫਿਰ ਆਪਾਂ ਕਹੀਏ ਜੀ ਇੱਦਾਂ ਹੁੰਦਾ ਨਹੀਂ, ਕਿਉਂ ਨਹੀਂ ਹੁੰਦਾ? ਪ੍ਰਮਾਤਮਾ ਵਾਸਤੇ ਕੁਝ ਵੀ ਗੁਰਮੁਖੋ ਅਸੰਭਵ ਨਹੀਂ, ਕੁਝ ਔਖੀ ਗੱਲ ਨਹੀਂ। ਪਰਮਾਤਮਾ ਜੋ ਚਾਹੇ ਆਪਣੇ ਭਗਤਾਂ ਦੀ ਰੱਖਿਆ ਲਈ ਕਰ ਸਕਦਾ ਹੈ। ਤੇ ਬਾਬਾ ਦੀਪ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਨੇ, ਅਨਿੰਨ ਸਿੱਖ ਨੇ, ਉਹ ਕਿਉਂ ਨਹੀਂ ਇੱਦਾਂ ਕਰ ਸਕਦੇ? ਕਰ ਸਕਦੇ। ਪਰ ਇਹ ਹੁੰਦੀ ਆਪਣੀ ਆਪਣੀ ਭਾਵਨਾ। ਹੁਣ ਤਾਂ ਲੋਕ ਕਹਿੰਦੇ ਨੇ ਵੀ ਜਿਹੜੇ ਕਹਿੰਦੇ ਜੀ ਸਰੋਵਰ ਦਾ ਜਲ ਅੰਮ੍ਰਿਤ ਹੈ ਤੇ ਜਾ ਕੇ ਚਾਈਨਾ 'ਚ ਉਹਦੇ ਛੱਟੇ ਦਿਓ ਕਿਉਂਕਿ ਉੱਥੇ ਕਰੋਨਾ ਵਾਇਰਸ ਆ ਗਿਆ। ਇਹਨਾਂ ਮੂਰਖਾਂ ਨੂੰ ਕੌਣ ਸਮਝਾਵੇ? ਗੁਰੂ ਕੀ ਕਿਰਪਾ ਦਾ ਸੰਬੰਧ ਸਿੱਧਾ ਸਿੱਧਾ ਅੰਦਰ ਦੀ ਸ਼ਰਧਾ ਨਾਲ ਜੁੜਿਆ ਹੁੰਦਾ ਗੁਰਮੁਖੋ। ਇਹ ਭਾਈ ਗੁਰਦਾਸ ਜੀ ਨੇ ਲਿਖਿਆ, ਜੈਸੋ ਜੈਸੋ ਭਾਵੋ ਤੈਸੀ ਕਾਮਨਾ ਪਜਾਵੇ। ਜਿਸ ਤਰ੍ਹਾਂ ਦੀ ਕਿਸੇ ਦੀ ਭਾਵਨਾ ਗੁਰੂ ਘਰੋਂ ਮਨੋਕਾਮਨਾ ਉੱਦਾਂ ਦੀ ਪੂਰੀ ਹੁੰਦੀ ਹੈ। ਜਿਸ ਤਰ੍ਹਾਂ ਦੀ ਕਿਸੇ ਦੇ ਅੰਦਰ ਸ਼ਰਧਾ ਹੋਵੇਗੀ ਉਸੇ ਤਰ੍ਹਾਂ ਦਾ ਫਲ ਝੋਲੀ 'ਚ ਪੈਂਦਾ। ਬਹੁਤ ਵਾਰ ਬੰਦੇ ਦਾ ਕਰਮ ਚੰਗਾ ਹੁੰਦਾ ਤੇ ਨੀਅਤ ਸਾਫ਼ ਨਹੀਂ ਹੁੰਦੀ। ਬੰਦਾ ਮੱਥਾ ਟੇਕਣ ਆਇਆ, ਆਪਾਂ ਕਹਿੰਦੇ ਜੀ ਕਿੰਨੀ ਭਾਵਨਾ ਨਾਲ ਨੇ ਥੱਲੇ ਹੱਥ ਰੱਖ ਕੇ, ਕਿੰਨੀ ਸ਼ਰਧਾ ਨਾਲ ਹੱਥ ਜੋੜ ਕੇ ਮੱਥਾ ਟੇਕਿਆ। ਹੋ ਸਕਦਾ ਉਹ ਕਿਸੇ ਦਾ ਜੋੜਾ ਚੱਕਣ ਆਇਆ ਹੋਵੇ, ਮੱਥਾ ਉਹਨੂੰ ਟੇਕਣਾ ਹੀ ਪੈਣਾ ਸੰਗਤ ਦੇ ਸਾਹਮਣੇ। ਹੋ ਸਕਦਾ ਕਿਸੇ ਦੀ ਜੇਬ ਕੱਟਣ ਆਇਆ ਹੋਵੇ, ਪਤਾ ਨਹੀਂ ਉਹਨੇ ਗੋਲਕ ਤੋਂ ਪੈਸੇ ਹੀ ਚੱਕਣੇ ਹੋਣ। ਕਰਮ ਤਾਂ ਉਹਦਾ ਬੜਾ ਸੋਹਣਾ ਵੀ ਉਹਨੇ ਹੱਥ ਵੀ ਜੋੜੇ, ਆਉਂ ਮੱਥਾ ਵੀ ਟੇਕਿਆ,
ਤੇ ਮੱਥਾ ਟੇਕਣ ਲੱਗੇ ਨੇ ਕੀ ਪਤਾ ਪੈਸੇ ਨਹੀਂ ਫੜ ਲਏ, 10 ਰੱਖ ਕੇ ਅੱਗੇ 90 ਚੁੱਕ ਕੇ ਲੈ ਗਿਆ ਹੋਵੇ। ਨੀਅਤ ਨਹੀਂ ਸੀ ਨਾ ਸਾਫ਼, ਕਰਮ ਤਾਂ ਵਧੀਆ ਸੀ। ਕਈ ਵਾਰ ਬੰਦੇ ਦਾ ਕਰਮ ਠੀਕ ਹੁੰਦਾ, ਨੀਅਤ ਸਾਫ਼ ਨਹੀਂ ਹੁੰਦੀ ਗੁਰਮੁਖੋ। ਕਈ ਵਾਰ ਨੀਅਤ ਸਾਫ਼ ਹੁੰਦੀ ਲੇਕਿਨ ਕਰਮ ਨਹੀਂ ਸ਼ੁਭ ਹੁੰਦਾ, ਉਹਦਾ ਕਰਮ ਚੰਗਾ ਨਹੀਂ ਕਰ ਰਿਹਾ ਹੁੰਦਾ, ਉਹ ਨੀਅਤ ਖੋਟੀ ਨਹੀਂ ਹੁੰਦੀ, ਅੰਦਰ ਉਹਦੇ ਪਾਪ ਨਹੀਂ ਹੁੰਦਾ ਲੇਕਿਨ ਕਰਮ ਨਹੀਂ ਚੰਗਾ ਹੁੰਦਾ। ਤੇ ਕਈ ਵਾਰ ਕਰਮ ਬਹੁਤ ਸ਼ੁਭ ਹੁੰਦਾ ਲੇਕਿਨ ਪਿੱਛੇ ਨੀਅਤ ਨਹੀਂ ਠੀਕ। ਹੁਣ ਜਿਸ ਬੰਦੇ ਦੀ ਨੀਅਤ ਖੋਟੀ ਆ ਉਹਦੇ ਤੇ ਹਰਮੰਦਰ ਸਾਹਿਬ ਨੇ ਵੀ ਕੋਈ ਅਸਰ ਨਹੀਂ ਕਰਨਾ, ਸਰੋਵਰ ਨੇ ਵੀ ਕੋਈ ਅਸਰ ਨਹੀਂ ਕਰਨਾ, ਬਾਣੀ ਨੇ ਵੀ ਕੋਈ ਅਸਰ ਨਹੀਂ ਕਰਨਾ, ਉਸ ਉੱਪਰ ਕੀਤੀ ਅਰਦਾਸ ਨੇ ਵੀ ਕੋਈ ਅਸਰ ਨਹੀਂ ਕਰਨਾ ਗੁਰਮੁਖੋ, ਕਿਉਂਕਿ ਅੰਦਰ ਤਾਂ ਕਾਲਖ ਹੈ, ਅੰਦਰ ਤਾਂ ਸ਼ਰਧਾ ਹੀ ਨਹੀਂ ਹੈਗੀ। ਇਹ ਸੰਬੰਧ ਸਿੱਧਾ ਭਾਵਨਾ ਨਾਲ ਹੈ। ਜੈਸੋ ਜੈਸੋ ਭਾਵੋ ਤੈਸੀ ਕਾਮਨਾ ਪਜਾ ਬਈ। ਇਹ ਹਰਮੰਦਰ ਸਾਹਿਬ ਦੇ ਦਰਸ਼ਨ ਕਰਨੇ, ਸਰੋਵਰ ਦਾ ਇਸ਼ਨਾਨ ਕਰ। ਰੋਜ਼ ਤਾਂ ਅਰਦਾਸ 'ਚ ਕਹਿੰਦੇ ਆ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਸਿੱਖ ਕਹਿੰਦਾ ਨਾ ਮਹਾਰਾਜ ਮੈਨੂੰ ਬਖਸ਼ੋ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਭਰੋਸਾ ਦਾਨ, ਵਿਸਾਖ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਇਸ਼ਨਾਨ ਸਰੋਵਰ ਦੇ, ਦਰਸ਼ਨ ਮਹਾਰਾਜ ਜੀ ਦੇ ਸੱਚਖੰਡ ਅਸਥਾਨ ਦੇ। ਪਰ ਇਹ ਬਖਸ਼ਿਸ਼ ਉਹਨਾਂ ਤੇ ਹੋਣੀ ਹੁੰਦੀ ਜਿਨ੍ਹਾਂ ਦੀ ਜਿਨ੍ਹਾਂ ਦੇ ਅੰਦਰ ਪ੍ਰੇਮ ਹੁੰਦਾ, ਠਾਠਾ ਮਾਰਦਾ। ਭਾਵਨਾ ਵਾਲਿਆਂ ਤੇ ਕਿਰਪਾ ਸਾਧ ਸੰਗਤ ਜੀ ਹੁੰਦੀ, ਖੁਸ਼ਕ ਬੰਦੇ ਦਾ ਸੰਬੰਧ ਹੀ ਨਹੀਂ ਹੈਗਾ। ਅਸਲ 'ਚ ਗੁਰਬਾਣੀ ਹੈ, ਗੁਰੂ ਹੈ ਹੀ ਗੁਰੂ ਨੂੰ ਮੰਨਣ ਵਾਲਿਆਂ ਵਾਸਤੇ। ਦੂਸਰੇ ਤਾਂ ਤੱਤਾ ਰੇਤਾ ਪਾ ਰਹੇ ਨੇ ਸੀਸ ਵਿੱਚ, ਉਹਨਾਂ ਵਾਸਤੇ ਥੋੜ੍ਹਾ ਪੰਜਵੇਂ ਪਾਤਸ਼ਾਹ ਪਰਮੇਸ਼ਰ ਸਰੂਪ ਹੈ। ਹਾਲਾਂਕਿ ਬਾਣੀ ਦੇ ਬਚਨ ਨੇ ਧਰਨ ਗਗਨ ਨਵ ਖੰਡ ਮਹਿ ਜੋਤ ਸਰੂਪੀ ਰਹਿਓ ਭਰ, ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਬਚਨ ਨੇ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪ੍ਰਤੱਖ ਹਰੀ ਦਾ ਰੂਪ ਨੇ, ਪ੍ਰਮਾਤਮਾ ਦਾ ਸਰੂਪ ਨੇ। ਪਰ ਜਿਹੜੇ ਤੱਤਾ ਰੇਤਾ ਪਾ ਰਹੇ ਸੀਸ ਵਿੱਚ, ਉਹਨਾਂ ਲਈ ਥੋੜ੍ਹਾ ਪ੍ਰਮਾਤਮਾ ਦਾ ਸਰੂਪ ਹੈ ਗੁਰਮੁਖੋ। ਉਹ ਜੇ ਉਹਨਾਂ ਨੂੰ ਵੀ ਪ੍ਰਮਾਤਮਾ ਦਿਸਦੇ, ਕਾਹਤੋਂ ਤੱਤੀ ਤਵੀ ਤੇ ਬਿਠਾਉਂਦੇ ਉਹ? ਕੁਝ ਐਸੇ ਵੀ ਹੁੰਦੇ ਜਿਹੜੇ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਸੀਸ 'ਚ ਤੱਤਾ ਰੇਤਾ ਪਾ ਸਕਦੇ ਆ। ਕੁਝ ਐਸੇ ਵੀ ਹੁੰਦੇ ਜਿਹੜੇ ਕਹਿੰਦੇ ਮਹਾਰਾਜ ਅਸੀਂ ਤੱਤੀ ਤਵੀ ਤੇ ਲੰਮੇ ਪਵਾਂਗੇ ਤੇ ਸਾਡੇ ਉੱਪਰ ਤੁਸੀਂ ਚੌਂਕੜਾ ਮਾਰ ਕੇ ਬੈਠੋ। ਆਪ ਜੀ ਇੰਨੀ ਤੱਤੀ ਤਵੀ ਤੇ ਕਿਵੇਂ ਚਰਨ ਰੱਖੋਗੇ ਸਾਡੇ ਹੁੰਦੇ ਆ? ਆਪਣੀ ਆਪਣੀ ਭਾਵਨਾ, ਫਲ ਭਾਵਨਾ ਵਾਲੇ ਨੂੰ ਲੱਗਣਾ। ਅੰਮ੍ਰਿਤ ਸਰੋਵਰ ਉਹਦੇ ਲਈ ਅੰਮ੍ਰਿਤ ਹੈ ਜਿਸ ਦੀ ਇਹ ਭਾਵਨਾ ਵੀ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਦੂਜੇ ਵਾਸਤੇ ਤਾਂ ਪਾਣੀ ਆ, ਜਿਵੇਂ ਦਾ ਬਾਕੀ ਪਾਣੀ ਹੁੰਦਾ ਮੋਟਰਾਂ ਦਾ, ਨਲਕਿਆਂ ਦਾ। ਹਰਮੰਦਰ ਸਾਹਿਬ ਉਹਦੇ ਵਾਸਤੇ ਸੱਚਖੰਡ ਹੈ ਜਿਸ ਦੀ ਭਾਵਨਾ ਵੀ ਇਹ ਸੱਚਖੰਡ ਹੈ। ਹਰਮੰਦਰ ਹਰ ਜੀਉ ਸਾਜਿਆ, ਦੂਸਰੇ ਵਾਸਤੇ ਤਾਂ ਬਿਲਡਿੰਗ ਆ। ਇਸ ਲਈ ਉਹਨਾਂ ਮੂਰਖਾਂ ਦੀ ਗੱਲ ਕੁਝ ਹੋਰ ਹੈ ਜਿਹੜੇ ਕਹਿੰਦੇ ਵੀ ਸਰੋਵਰ 'ਚੋਂ ਜਲ ਜਾ ਕੇ ਹੁਣ ਚਾਈਨਾ 'ਚ ਛੱਟਾ ਦਿਓ ਜੀ। ਜੇ ਕਿਸੇ ਦੀ ਭਾਵਨਾ ਨਹੀਂ ਤੇ ਛੱਟੇ ਨੇ ਤਾਂ ਇੱਥੇ ਵੀ ਨਹੀਂ ਕੰਮ ਕਰਨਾ, ਭਾਵੇਂ ਉਹਦੇ ਉੱਤੇ ਦੇ ਦਿਓ ਜਿਹੜਾ ਬੋਲਦਾ ਪਿਆ। ਜਿਸ ਦੀ ਭਾਵਨਾ ਉਹਦੇ ਰੋਗ ਦੂਰ ਹੁੰਦੇ ਆ, ਪਹਿਲਾਂ ਵੀ ਹੁੰਦੇ ਸੀ, ਹੁਣ ਵੀ ਹੁੰਦੇ ਆ, ਤਾਂ ਹੁੰਦੇ ਰਹਿਣਗੇ। ਕਿਉਂ? ਕਿਉਂਕਿ ਇਹ ਕਮਾਲ ਬਾਣੀ ਨੇ ਕਰਨੀ ਹੈ, ਪਾਣੀ ਨੇ ਨਹੀਂ। ਲੇਕਿਨ ਜਦੋਂ ਪਾਣੀ ਤੇ ਬਾਣੀ ਪੜ੍ਹੀ ਜਾਂਦੀ ਫਿਰ ਉਹ ਪਾਣੀ ਨਹੀਂ ਰਹਿੰਦਾ, ਅੰਮ੍ਰਿਤ ਹੋ ਜਾਂਦਾ ਗੁਰਮੁਖੋ, ਅੰਮ੍ਰਿਤ ਹੋ ਜਾਂਦਾ ਉਸ ਵੇਲੇ ਉਹ। ਫਿਰ ਇਸ ਲਈ ਉਹਨਾਂ ਨੇ ਹਿੰਟ ਇਹ ਦਿੱਤਾ ਸੀ। ਸੰਤ ਬਾਬਾ ਅਵਤਾਰ ਸਿੰਘ ਜੀ ਬਾਈ ਜੀ ਨੇ, ਉਹ ਸੰਤਾਂ ਦੇ ਪੋਤਰੇ ਨੇ, ਗੁਰਮੁਖ ਨੇ, ਵਿਦਵਾਨ ਨੇ, ਮਹਾਨ ਦਮਦਮੀ ਟਕਸਾਲ ਦੇ। ਉਹਨਾਂ ਇਸ ਕਰਕੇ ਬੇਨਤੀ ਕੀਤੀ ਸੀ ਗੁਰਮੁਖੋ ਕਦੀ ਇਹੋ ਜਿਹੀ ਗੱਲ ਸੁਣਨ ਨੂੰ ਮਿਲ ਜਾਵੇ ਤਾਂ ਸੁਣਨ ਦੀ ਜ਼ਰੂਰਤ ਨਹੀਂ ਹੁੰਦੀ ਵੀ ਨਹੀਂ ਜੀ ਉਹ ਸੀਸ ਤੇ ਲੱਥਾ ਹੀ ਨਹੀਂ ਸੀ, ਲੱਥ ਜਾਂਦਾ ਫਿਰ ਜੁੜਨਾ ਕਿਵੇਂ ਸੀ। ਉਹ ਕਲਗੀਧਰ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਨੇ ਬਾਬਾ ਦੀਪ ਸਿੰਘ ਜੀ। ਉਸ ਭਾਵਨਾ ਨੂੰ ਨਾਲ ਉਹਨਾਂ ਨੂੰ ਦੇਖਣ ਦੀ ਜ਼ਰੂਰਤ ਹੈ। ਸੋ ਸਾਧ ਸੰਗਤ ਜੀ, ਸਮਾਂ ਆਪਣਾ ਜਿਹੜਾ ਬਾਕੀ ਬਚਦਾ ਨਾ, ਕਿਉਂਕਿ ਵਿਚਾਰ ਕੋਈ ਨਾ ਕੋਈ ਵਿਚਾਰ ਵਿੱਚੋਂ ਨਿਕਲ ਆਉਂਦੀ। ਆਪਾਂ ਲੜੀਵਾਰ ਕਥਾ ਹੁਕਮ ਮੰਨ ਕੇ ਸੰਗਤਾਂ ਦਾ ਪ੍ਰਾਰੰਭ ਕੀਤੀ ਸੀ। ਆਓ ਜਿਵੇਂ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ, ਜਿੰਨੀ ਕੁ ਬਚਦੇ ਸਮੇਂ ਵਿੱਚ ਸ਼ਬਦ ਦੀ ਵਿਚਾਰ ਆਪਾਂ ਕਰ ਸਕੇ ਉਨੀ ਕਰਾਂਗੇ। ਕਿਉਂਕਿ ਬਹੁਤ ਹੀ ਸਤਿਕਾਰਯੋਗ ਭਾਈ ਹਰਦੀਪ ਸਿੰਘ ਜੀ ਢੈਂਠਣ ਵਾਲੇ, ਜਿਹੜੇ ਪਟਿਆਲੇ ਤੋਂ ਆਏ ਨੇ, ਅੱਗੇ ਵੀ ਆਉਂਦੇ ਰਹੇ ਨੇ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ। ਗੁਰਮੁਖ ਨੇ, ਬਹੁਤ ਪਿਆਰਾ ਕੀਰਤਨ ਵਿਚਾਰਾਂ ਉਹ ਕਰਦੇ ਆ। ਉਹਨਾਂ ਦਾ ਸਮਾਂ, ਉਹਨਾਂ ਨੂੰ ਆਪਾਂ ਸਮੇਂ ਤੇ ਸਮੇਂ ਇਹ ਸਟੇਜ ਦੇ ਦੇਣੀ ਹੈ। ਜਿੰਨੀ ਕੁ ਵਿਚਾਰ ਆਪਣੇ ਕੋਲ ਸ਼ਬਦ ਦੀ ਹੋ ਸਕੇਗੀ ਉਨੀ ਜ਼ਰੂਰ ਕਰਾਂਗੇ। ਪਰ ਬੇਨਤੀ ਇਹ ਤਾਂ ਕੀਤੀ ਆਰੰਭ ਵਿੱਚ ਗੁਰਮੁਖੋ, ਆਪਣੀ ਭਾਵਨਾ ਪ੍ਰਪੱਕ ਕਰਨੀ ਹੈ। ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ। ਜਿਹਦੇ ਹਿਰਦੇ 'ਚ ਵਿਸ਼ਵਾਸ ਹੋਵੇਗਾ ਕਿਰਪਾ ਉਸੇ ਤੇ ਹੋਣੀ ਹੈ। ਬੇਵਿਸ਼ਵਾਸੇ ਤੇ ਕਦੇ ਵੀ ਕਿਰਪਾ ਨਹੀਂ ਹੁੰਦੀ ਮਹਾਰਾਜ ਦੀ। ਵਿਸ਼ਵਾਸ ਵੱਜੇਗਾ ਤੇ ਕਿਰਪਾ ਹੋਵੇਗੀ। ਇਸ ਲਈ ਆਪਣਾ ਵਿਸ਼ਵਾਸ ਪ੍ਰਪੱਕ ਕਰਨਾ ਹੁੰਦਾ। ਸੰਗਤ ਦਾ ਮਤਲਬ ਹੀ ਇਹ ਹੈ। ਹੋਰ ਆਪਾਂ ਸੰਗਤ 'ਚ ਸਮਾਂ ਥੋੜ੍ਹਾ ਖਰਾਬ ਕਰਦੇ ਪਏ ਹਾਂ। ਕਥਾ ਕੀਰਤਨ ਨੂੰ ਇੰਨੀ ਵਡਿਆਈ ਕਾਹਤੇ ਦਿੱਤੀ ਮਹਾਰਾਜ ਜੀ ਨੇ? ਕਥਾ ਕੀਰਤਨ ਸੁਖਦਾਈ ਆਖਿਆ। ਤੁਸੀਂ ਕੀਰਤਨ 'ਚ ਬੈਠੋਗੇ, ਕਥਾ 'ਚ ਬੈਠੋਗੇ ਗੁਰਮੁਖੋ, ਭਾਵਨਾ ਪ੍ਰਪੱਕ ਹੋਵੇਗੀ, ਸਾਡੇ ਵਿਸ਼ਵਾਸ ਦੀ ਗੰਢ ਪੱਕੀ ਹੋਵੇਗੀ, ਫਿਰ ਸਾਡੇ 'ਤੇ ਵੀ ਕਿਰਪਾ ਹੋ ਜਾਏਗੀ। ਸੋ ਸਤਿਗੁਰੂ ਜੀ ਕਿਰਪਾ ਕਰਨ। ਇਹ ਆਪਣਾ ਅੰਦਰ ਆਪਾਂ ਟਿਕਾਣੇ ਰੱਖਣਾ ਹੁੰਦਾ। ਆਓ ਗੁਰਮੁਖਾਂ ਤੋਂ ਪਾਠ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਧਨਾਸਰੀ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ। ਸ਼ਬਦ ਹਜ਼ਾਰਿਆਂ ਦਾ ਸਾਧ ਸੰਗਤ ਜੀ ਦੂਸਰਾ ਸ਼ਬਦ ਪ੍ਰਾਰੰਭ ਹੋ ਗਿਆ। ਇੱਕ ਸ਼ਬਦ ਦੀ ਵਿਚਾਰ ਆਪਾਂ ਪਹਿਲਾਂ ਕਰ ਚੁੱਕੇ ਹਾਂ। ਧਨਾਸਰੀ ਰਾਗ ਦਾ ਇਹ ਸ਼ਬਦ ਹੈ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਕੀਤਾ ਹੋਇਆ। ਸੁਰਤਾਲ ਦੇ ਪਹਿਲੇ ਘਰ ਵਿੱਚ 4 ਪੌੜੀਆਂ ਵਾਲਾ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਉਚਾਰਦੇ ਪਏ ਹਨ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੰਗਲ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਰਲੇਖ ਤੋਂ ਬਾਅਦਾਂ। ਉਹ ਅਕਾਲ ਪੁਰਖ ਵਾਹਿਗੁਰੂ ਜੋ ਅਦਵੈਤ ਸਰੂਪ ਹੈ, ਸਾਰੀ ਸ੍ਰਿਸ਼ਟੀ ਦਾ ਸਾਧ ਸੰਗਤ ਜੀ ਪ੍ਰਕਾਸ਼ਕ ਹੈ। ਫਿਰ ਉਹਦਾ ਨਾਮ ਪ੍ਰਸਿੱਧ ਹੈ, ਸਦੀਵੀ ਹੈ, ਬਨਾਸੀ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਦਾ ਤੇ ਨਾਮ ਰਹਿਣਾ। ਬਾਕੀ ਤਾਂ ਦੁਨੀਆ ਦਾ ਨਾਮ, ਕੋਈ ਵੀ ਪਦਾਰਥ, ਕੋਈ ਵਸਤੂ, ਕੋਈ ਵਿਅਕਤੀ, ਕੋਈ ਸ਼ਕਤੀ ਜਦੋਂ ਸਾਧ ਸੰਗਤ ਜੀ ਚਲੀ ਜਾਂਦੀ ਉਹਦਾ ਨਾਮ ਨਾਲ ਹੀ ਚਲਿਆ ਜਾਂਦਾ ਹੁੰਦਾ। ਸਿਰਫ ਨਾਮ ਪਰਮਾਤਮਾ ਦਾ ਸਦਾ ਰਹਿੰਦਾ, ਨਾਮ ਗੁਰੂ ਦਾ ਸਦਾ ਰਹਿੰਦਾ, ਨਾਮ ਗੁਰੂ ਗੁਰੂ ਜਪਣ ਵਾਲਿਆਂ ਦਾ ਸਦਾ ਰਹਿੰਦਾ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਬਾਕੀ ਦੁਨੀਆ ਤੇ ਕਿਸੇ ਦਾ ਨਾਮ ਨਹੀਂ ਰਹਿਣਾ ਹੁੰਦਾ। ਆਪਾਂ ਨੂੰ ਕੀ ਪਤਾ ਵੀ ਭਗਤ ਨਾਮਦੇਵ ਜੀ ਦੇ ਵੇਲੇ ਕੌਣ ਬਾਦਸ਼ਾਹ ਸੀ, ਭਗਤ ਕਬੀਰ ਸਾਹਿਬ ਜੀ ਦੇ ਵੇਲੇ ਕੌਣ ਬਾਦਸ਼ਾਹ ਸੀ, ਕੋਈ ਆਪਾਂ ਨੂੰ ਪਤਾ ਨਹੀਂ। ਆਪਾਂ ਨਾਮਾ ਕਰਕੇ ਵੀ ਕਹਿੰਦੇ ਲੱਲਾ ਬਹਿਲੀਮਾ ਕੀ ਧੁਨ ਗਾਵਣੀ। ਉਹ ਕੌਣ ਸੀ ਲੱਲਾ ਬਹਿਲੀਮਾ? ਕੋਈ ਜਾਣਕਾਰੀ ਹੈ ਆਪਾਂ ਨੂੰ? ਨਹੀਂ। ਉਹ ਜਿਹੜਾ ਜਾਣਕਾਰੀ 'ਚ ਰਹਿਣ ਵਾਲਾ ਨਾਮ ਹੈ ਉਹ ਸਿਰਫ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ। ਫਿਰ ਉਹਦੇ ਗੁਣ ਨੇ ਪਰਮਾਤਮਾ ਦੇ। ਕੈਸੀ ਕਮਾਲ ਦੀ ਤਸਵੀਰ ਪੇਸ਼ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੀ। ਇਹ ਤਸਵੀਰ ਹੈ ਪਰਮਾਤਮਾ ਦੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਫਿਰ ਉਹ ਕਰਤਾ ਸਾਰੀ ਸ੍ਰਿਸ਼ਟੀ ਦਾ। ਫਿਰ ਉਹ ਨਰਕਾਂ ਤੋਂ ਰੱਖਣ ਲਈ ਸਮਰੱਥ ਹੈ, ਪੁਰਸ਼ ਸਰੂਪ ਹੈ। ਫਿਰ ਹੈ ਉਹ ਨਿਰਭਉ, ਉਹਨੂੰ ਕਿਸੇ ਦਾ ਭੈ ਨਹੀਂ, ਸਭ ਉਹਦੇ ਭੈ ਵਿੱਚ ਨੇ। ਭੈ ਵਿੱਚ ਪਾਉਣ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆ। ਸਭ ਤੱਤ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਭੈ 'ਚ ਨੇ। ਪਰਮਾਤਮਾ ਕਿਸੇ ਦੇ ਭੈ 'ਚ ਨਹੀਂ ਹੁੰਦਾ। ਨਿਰਵੈਰ, ਫਿਰ ਸਾਧ ਸੰਗਤ ਜੀ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ। ਪਰਮਾਤਮਾ ਦਾ ਹੁਣ ਗੁਰੂ ਸਾਹਿਬ ਜੀ ਨੂੰ ਤਾਂ ਅਗਲੇ ਤੱਤੀ ਤਵੀ ਦੇ ਬਿਠਾਉਂਦੇ ਪਏ ਤਾਂ ਮਹਾਰਾਜ ਫਿਰ ਵੀ ਕਹਿੰਦੇ ਆ ਵੀ ਅਸੀਂ ਕਿਸੇ ਦੇ, ਸਾਡਾ ਕੋਈ ਵੈਰੀ ਨਹੀਂ ਹੈ ਤੇ ਅਸੀਂ ਕਿਸੇ ਦੇ ਦੁਸ਼ਮਣ ਨਹੀਂ ਹੈਗੇ। ਨਾ ਕੋਈ ਮੇਰਾ ਦੁਸ਼ਮਣ ਰਿਹਾ, ਨਾ ਹਮ ਕਿਸਕੇ ਬੈਰ ਆਈ। ਗੁਰੂ ਸਾਹਿਬ ਜੀ ਦੇ ਅੰਦਰ ਵੈਰ ਨਹੀਂ ਹੁੰਦਾ, ਉਹ ਨਿਰਵੈਰ ਨੇ। ਅਕਾਲ ਮੂਰਤ, ਫਿਰ ਉਹ ਐਸਾ ਸਰੂਪ ਨੇ ਜਿਹਨੂੰ ਮੌਤ ਨਹੀਂ ਮਾਰ ਸਕਦੀ। ਸਮਾਂ ਨਹੀਂ ਪੁਰਾਣਾ ਕਰ ਸਕਦਾ, ਸਮਾਂ ਖਤਮ ਨਹੀਂ ਕਰ ਸਕਦਾ। ਕਾਲ ਮੌਤ ਨੂੰ ਕਹਿੰਦੇ ਆ, ਕਾਲ ਸਮੇਂ ਨੂੰ ਵੀ ਕਹਿੰਦੇ ਆ। ਅਕਾਲ ਮੂਰਤ ਹੈ ਅਕਾਲ ਪੁਰਖ ਵਾਹਿਗੁਰੂ। ਐਸਾ ਸਰੂਪ ਹੈ ਜਿਹੜਾ ਕਦੇ ਵੀ ਨਹੀਂ ਖਤਮ ਹੁੰਦਾ। ਫਿਰ ਅਜੂਨੀ, ਉਹ ਜੂਨੀਆਂ ਤੋਂ ਰਹਿਤ ਹੈ। ਆਪਾਂ ਸਭ ਜੂਨੀਆਂ 'ਚ ਆਉਂਦੇ ਹਾਂ। ਆ ਪਸ਼ੂ ਪੰਛੀ ਕੀੜੇ ਮਕੌੜੇ ਸਭ ਜੂਨੀਆਂ ਵਿੱਚ ਨੇ, ਪਰ ਪਰਮਾਤਮਾ ਜੰਮਦਾ ਮਰਦਾ ਨਹੀਂ। ਸਹਿਭੰਗ, ਸੁੱਤੇ ਪ੍ਰਕਾਸ਼। ਥਾਪਿਆ ਨਾ ਜਾਏ ਕੀਤਾ ਨਾ ਹੋਇਓ, ਤਾਂ ਨਾ ਤਾਤਿਆ ਨਾ ਮਾਤਿਆ ਨਾ ਜਾਤਿਆ ਨਾ ਪਾਤਿਆ। ਪਰਮਾਤਮਾ ਕੋ ਸਾਡੇ ਵਾਂਗ ਮਾਤਾ ਪਿਤਾ ਦੇ ਸੰਯੋਗ ਤੋਂ ਪੈਦਾ ਨਹੀਂ ਹੋਇਆ। ਉਹ ਸੁੱਤੇ ਪ੍ਰਕਾਸ਼ ਹੈ। ਗੁਰ ਪ੍ਰਸਾਦ, ਫਿਰ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਇਹ ਬਹੁਤ ਸੰਖੇਪ ਰੂਪ 'ਚ ਆਪਾਂ ਪਰਮਾਤਮਾ ਦੇ ਜਿਹੜੇ ਗੁਣ ਸਤਿਗੁਰੂ ਜੀ ਨੇ ਕਥਨ ਕੀਤੇ ਉਹ ਤੁਹਾਡੇ ਨਾਲ ਸਾਂਝੇ ਕੀਤੇ। ਸਮੇਂ ਦੀ ਮਜਬੂਰੀ ਕਰਕੇ ਇਹਨਾਂ ਗੁਣਾਂ ਤੋਂ ਯਾਦ ਕਰ ਲੈਣਾ ਵੀ ਇੰਨੇ ਗੁਣਾਂ ਵਾਲਾ ਅਕਾਲ ਪੁਰਖ ਵਾਹਿਗੁਰੂ ਅਗਰ ਕਿਸੇ ਨੂੰ ਪ੍ਰਾਪਤ ਹੋਇਆ ਤੇ ਹੋਵੇਗਾ ਤਾਂ ਗੁਰੂ ਦੀ ਕਿਰਪਾ ਨਾਲ ਹੀ ਹੋਵੇਗਾ। ਜਿਨ੍ਹਾਂ ਨੂੰ ਹੋਇਆ ਗੁਰੂ ਦੀ ਕਿਰਪਾ ਨਾਲ ਹੀ ਹੋਇਆ। ਗੁਰੂ ਸਾਹਿਬ ਜੀ ਨੂੰ ਪਾਸੇ ਕਰਕੇ ਸਿੱਧਾ ਪਰਮਾਤਮਾ ਕਦੇ ਵੀ ਨਹੀਂ ਕਿਸੇ ਨੂੰ ਮਿਲਿਆ। ਇਹ ਨਿਯਮ ਹੈ ਅਕਾਲ ਪੁਰਖ ਦਾ। ਗੁਰੂ ਤੋਂ ਬਿਨਾਂ ਕਦੀ ਵੀ ਕਿਸੇ ਨੂੰ ਪਰਮਾਤਮਾ ਸਾਧ ਸੰਗਤ ਜੀ ਅਣਭਾਵ ਵਿੱਚ ਨਹੀਂ ਆਇਆ। ਜਿਸ ਉੱਪਰ ਵੀ ਕਿਰਪਾ ਹੋਈ ਗੁਰੂ ਸਾਹਿਬ ਜੀ ਦੇ ਰਾਹੀਂ। ਇਸ ਲਈ ਤੇ ਆਖਿਆ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਘੋਰ ਅੰਧਾਰ ਕਿਉਂ ਆਖਿਆ? ਜੇ 100 ਚੰਦਾ ਉਗਵੇ ਸੂਰਜ ਚੜ੍ਹੇ, 1000 ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕਹਿੰਦੇ 100 ਸੂਰਜ ਚੜ੍ਹ ਜਾਏ, 1000 ਚੰਦਰਮਾ ਚੜ੍ਹ ਜਾਣ, 100 ਚੰਦਰਮਾ ਹੋ ਜਾਏ, 1000 ਸੂਰਜ ਹੋ ਜਾਣ, ਤੇ ਤਾਂ ਵੀ ਗੁਰਮੁਖੋ ਗੁਰੂ ਤੋਂ ਬਿਨਾਂ ਕੁੱਪ ਹਨੇਰਾ ਹੀ ਹੈ। ਕਿਉਂ? ਕਿਉਂਕਿ ਗੁਰੂ ਸਾਹਿਬ ਤੋਂ ਬਿਨਾਂ ਪਰਮਾਤਮਾ ਮਿਲ ਹੀ ਨਹੀਂ ਸਕਦਾ, ਅਣਭਾਵ 'ਚ ਆ ਹੀ ਨਹੀਂ ਸਕਦਾ। ਕਿੰਨੀ ਸੋਹਣਿਆ ਉਹਨਾਂ ਨੇ ਆਪਾਂ ਨੂੰ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਬਚਨ ਸੁਣਾਏ ਭਈ ਜੇ ਗੁਰੂ ਹੋਵੇ ਤੇ ਇਦਾਂ ਦਾ ਹੋਵੇ ਜਿਵੇਂ ਦੇ ਕਲਗੀਧਰ ਪਾਤਸ਼ਾਹ ਜੀ, ਜਿਵੇਂ ਦੇ ਗੁਰੂ ਸਾਹਿਬ ਆਪਾਂ ਨੂੰ ਪ੍ਰਾਪਤ ਹੋਏ ਨੇ। ਇਸ ਲਈ ਪ੍ਰਮਾਤਮਾ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ ਜੀ। ਜਿਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ। ਫਿਰ ਸ਼ਬਦ ਦੀ ਪ੍ਰਾਰੰਭਤਾ ਕਰ ਦਿੱਤੀ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਮੇਰੀ ਜਿੰਦ ਬੜੀ ਡਰਦੀ ਹੈ। ਕਿਉਂ? ਕਿਉਂਕਿ ਸੰਸਾਰ ਦੁੱਖਾਂ ਦਾ ਘਰ ਹੈ, ਸੰਸਾਰ ਸੰਸਿਆਂ ਦਾ ਥਾਂ ਹੈ। ਤੇ ਹੁਣ ਇਹਨਾਂ ਸੰਸਿਆਂ ਤੋਂ, ਇਹਨਾਂ ਦੁੱਖਾਂ ਤੋਂ ਬਚਣ ਵਾਸਤੇ ਪੁਕਾਰ ਕਿਸ ਅੱਗੇ ਕਰੀਏ ਜੀ? ਮੇਰੀ ਜਿੰਦ ਬੜੀ ਡਰਦੀ ਹੈ। ਕਿਵੇਂ ਮੇਰੀ ਜਿੰਦ ਦਾ ਛੁਟਕਾਰਾ ਹੋਵੇਗਾ? ਜੀਓ ਡਰਤਾ ਹੈ ਆਪਣਾ ਕੈਸਿਓ ਕਰੀ ਪੁਕਾਰ। ਹੁਣ ਜਿੰਦ ਡਰਦੀ ਕਿਉਂ ਹੈ?
ਭਾਈ ਗੁਰਦਾਸ ਜੀ ਦਾ ਇੱਕ ਬਚਨ ਲਿਖ ਤਾਂ ਕਿਹਾ ਵੀ ਭਾਈ ਗੁਰਦਾਸ ਜੀ ਦੀ ਬਾਣੀ ਨਾ ਗੁਰਬਾਣੀ ਦੀ ਕੁੰਜੀ ਹੈ। ਜੇ ਸਾਧ ਸੰਗਤ ਜੀ ਕਿਤੇ ਕੋਈ ਕੁੰਡੀ ਨੂੰ ਖੋਲ੍ਹਣਾ ਹੋਵੇ ਤਾਂ ਉਧਰੋਂ ਲੈ ਲਓ ਬਚਨ ਭਾਈ ਗੁਰਦਾਸ ਜੀ ਵੱਲੋਂ। ਇੱਥੇ ਆਖਿਆ ਜੀਓ ਡਰਤ ਹੈ ਆਪਣਾ, ਮੇਰੀ ਜਿੰਦ ਬੜੀ ਡਰਦੀ ਹੈ। ਕੈਸੇ ਕਰੀ ਪੁਕਾਰ, ਕਿਸ ਅੱਗੇ ਪੁਕਾਰ ਕਰਾਂ ਮੈਂ ਡਰਦਾ ਹੋਇਆ। ਪਰ ਡਰਦੀ ਕਿਉਂ ਹੈ ਜਿੰਦ, ਕਿਉਂ ਡਰਦੀ ਹੈ? ਉਹ ਹੁਣ ਭਾਈ ਗੁਰਦਾਸ ਜੀ ਨੂੰ ਪੁੱਛਾਂਗੇ, ਉਹ ਦੱਸਦੇ ਹੈ। ਉਹ ਕਹਿੰਦੇ ਭਗਤ ਵਸਲ ਸੁਣ ਹੋਤ ਹੋ ਨਿਰਾਸ ਹਿਰਦੈ, ਪਤਤ ਪਾਵਨ ਸੁਣ ਆਸਾ ਔਰ ਧਾਰ ਹੋਂ, ਅੰਤਰਜਾਮੀ ਸੁਣ ਕਾਂਪਤ ਹੋਂ ਅੰਤਰਗਤ, ਦੀਨ ਕਾ ਦਿਆਲ ਸੁਣ ਭ੍ਰਮ ਭਉਟਾਰ ਹੋਂ। ਕਹਿੰਦੇ ਅਸਲ 'ਚ ਮੇਰੀ ਜਿੰਦ ਤਾਂ ਡਰਦੀ ਹੈ ਜਦੋਂ ਮੈਨੂੰ ਪਤਾ ਲੱਗਦਾ ਨਾ ਪ੍ਰਮਾਤਮਾ ਤੇ ਭਗਤਾਂ ਦੀ ਰੱਖਿਆ ਕਰਦਾ, ਭਗਤਾਂ ਨਾਲ ਪਿਆਰ ਕਰਦਾ, ਮੈਂ ਤਾਂ ਭਗਤ ਨਹੀਂ ਹੈਗਾ। ਭਗਤ ਵਸਨ ਸੁਣ ਹੋਤ ਹੋ ਨਿਰਾਸ ਹਿਰਦੈ, ਜਦੋਂ ਮੈਨੂੰ ਪਤਾ ਲੱਗਦਾ ਵੀ ਉਹ ਭਗਤਾਂ ਨਾਲ ਪਿਆਰ ਕਰਦਾ ਪ੍ਰਮਾਤਮਾ ਤੇ ਮੈਂ ਨਿਰਾਸ਼ ਹੋ ਜਾਣਾ ਵੀ ਮੈਂ ਤਾਂ ਭਗਤੀ ਕਰਦਾ ਨਹੀਂ ਹੈਗਾ, ਫਿਰ ਮੇਰਾ ਕੀ ਬਣੇਗਾ? ਤਾਂ ਮੇਰੀ ਜਿੰਦ ਡਰਦੀ ਹੈ ਵੀ ਮੈਂ ਤਾਂ ਭਗਤੀ ਨਹੀਂ ਕਰਦਾ। ਫਿਰ ਕਹਿੰਦੇ ਅੱਗੇੋਂ ਇੱਕ ਹੋਰ ਬਚਨ ਆ ਜਾਂਦਾ, ਪਤਤ ਪਾਵਨ ਸੁਣ ਆਸਾ ਔਰ ਧਾਰੋ। ਜਦੋਂ ਇਹ ਪਤਾ ਲੱਗਦਾ ਨਾ ਵੀ ਨਹੀਂ ਜੇ ਪ੍ਰਮਾਤਮਾ ਭਗਤਾਂ ਨਾਲ ਪਿਆਰ ਕਰਦਾ ਤੇ ਉਹ ਪਾਪੀਆਂ ਨੂੰ ਵੀ ਮਾਫ ਕਰ ਦਿੰਦਾ, ਅਪਵਿੱਤਰਾਂ ਨੂੰ ਵੀ ਪਵਿੱਤਰ ਕਰ ਦਿੰਦਾ। ਕਹਿੰਦੇ ਫਿਰ ਮੇਰਾ ਮਨ ਆਸਰਾ ਫੜ ਜਾਂਦਾ ਥੋੜ੍ਹਾ ਜਿਹਾ, ਅੱਛਾ ਜੇ ਉਹ ਪਾਪੀਆਂ ਨੂੰ ਵੀ ਮਾਫ ਕਰ ਦਿੰਦਾ ਫਿਰ ਤਾਂ ਅਸੀਂ ਵੀ ਬਖਸ਼ੇ ਜਾਵਾਂਗੇ। ਅੰਤਰਜਾਮੀ ਸੁਣ ਕਾਂਪਤ ਹੋ ਅੰਤਰਗਤ, ਜਦੋਂ ਮੈਨੂੰ ਪਤਾ ਲੱਗਦਾ ਪ੍ਰਮਾਤਮਾ ਅੰਤਰਜਾਮੀ ਹੈ, ਉਹ ਸਭ ਕੁਝ ਦੇਖ ਤੇ ਸੁਣ ਰਿਹਾ ਹੈ, ਕਹਿੰਦੇ ਮੇਰਾ ਅੰਦਰ ਕੰਬ ਜਾਂਦਾ। ਫਿਰ ਅੱਛਾ ਮੈਂ ਤਾਂ ਸੋਚਦਾ ਮੇਰੀ ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ। ਜਦੋਂ ਪਤਾ ਵੀ ਪ੍ਰਮਾਤਮਾ ਅੰਤਰਜਾਮੀ, ਕਹਿੰਦੇ ਫਿਰ ਮੇਰੀ ਜਿੰਦ ਡਰਦੀ ਹੈ, ਫਿਰ ਮੇਰਾ ਅੰਦਰ ਡਰ ਜਾਂਦਾ। ਅੰਤਰਜਾਮੀ ਸੁਣ ਕਾਂਪਤ ਹੋ ਅੰਤਰਗਤ। ਪਰ ਕਹਿੰਦੇ ਫਿਰ ਅਗਲਾ ਬਚਨ ਆਉਂਦਾ ਉਹਦਾ ਪ੍ਰਮਾਤਮਾ ਦੇ ਗੁਣਾਂ ਦਾ, ਦੀਨ ਕਾ ਦਿਆਲ ਸੁਣ ਭ੍ਰਮ ਭਉਟਾਰ। ਫਿਰ ਮੇਰਾ ਭਰਮ ਦੂਰ ਹੋ ਜਾਂਦਾ। ਕੋਈ ਨਹੀਂ ਉਹ ਦੀਨਾਂ ਤੇ ਵੀ ਤੇ ਦਇਆ ਕਰ ਹੀ ਦਿੰਦਾ। ਜੇ ਉਹ ਅੰਤਰਜਾਮੀ ਹੈ ਤੇ ਕੋਈ ਨਹੀਂ, ਜਦੋਂ ਦੀਨ ਹੋ ਕੇ ਉਹਦੇ ਚਰਨ ਫੜਾਂਗੇ, ਬੇਨਤੀ ਕਰਾਂਗੇ, ਮਾਫ ਕਰ ਦੇਗਾ। ਫਿਰ ਕਹਿੰਦੇ ਆਪਣੀ ਕਰਨੀ ਕਰ ਨਰਕ ਹੋਣਾ ਪਾਵੋ ਠੌਰ, ਆਪਣੇ ਕੀਤੇ ਕਰਮਾਂ ਕਰਕੇ ਤਾਂ ਸ਼ਾਇਦ ਨਰਕਾਂ 'ਚ ਵੀ ਥਾਂ ਨਹੀਂ ਹੈਗੀ। ਤੁਮਰੋ ਬਿਰਦ ਕਰ ਆਸਰਾ ਸਮਾਰ ਹੋ, ਹੇ ਪ੍ਰਮਾਤਮਾ ਤੇਰੇ ਬਿਰਦ ਕਰਕੇ ਮੈਨੂੰ ਆਸਰਾ ਹੈ ਵੀ ਮੈਂ ਵੀ ਬਖਸ਼ਿਆ ਜਾਵਾਂਗਾ, ਤੂੰ ਮੇਰੇ ਤੇ ਵੀ ਕਿਰਪਾ ਕਰ, ਕਿਉਂਕਿ ਤੂੰ ਕਿਰਪਾ ਕਰ ਦਿੰਦਾ। ਇਸ ਲਈ ਕਹਿੰਦੇ ਮੇਰੀ ਜਿੰਦ ਡਰਦੀ ਹੈ। ਜੀਓ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ, ਕਿਸ ਅੱਗੇ ਪੁਕਾਰ ਕਰੀਏ ਫਿਰ ਅਸੀਂ। ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਕਹਿੰਦੇ ਫਿਰ ਅਸੀਂ ਉਸ ਦੁੱਖਾਂ ਦੇ ਦੂਰ ਕਰ ਦੇਣ ਵਾਲੇ ਪ੍ਰਮਾਤਮਾ ਦੀ ਸੇਵਾ ਕੀਤੀ, ਉਸ ਪ੍ਰਮਾਤਮਾ ਨੂੰ ਅਰਾਧਿਆ ਜਿਸ ਦਾ ਸਾਨੂੰ ਪਤਾ ਲੱਗਾ ਕਿ ਉਹ ਸਾਰੇ ਦੁੱਖਾਂ ਨੂੰ ਦੂਰ ਕਰ ਦਿੰਦਾ, ਉਹ ਦੁੱਖਾਂ ਦੀ ਨਿਵਰਤੀ ਕਰ ਦਿੰਦਾ। ਫਿਰ ਉਹਦੀ ਬਖਸ਼ਿਸ਼ ਸਦਾ ਹੁੰਦੀ ਹੈ। ਉਹ ਬਖਸ਼ਾਂ ਕਰਨ ਵਾਲਾ ਦਾਤਾ ਸਦਾ ਹੈ। ਉਹ ਸਮਾਂ ਵੇਖ ਕੇ ਬਖਸ਼ਿਸ਼ ਨਹੀਂ ਕਰਦਾ, ਕਿਸੇ ਦੇ ਕਰਮ ਦੇਖ ਕੇ ਬਖਸ਼ਿਸ਼ ਨਹੀਂ ਕਰਦਾ। ਮਤਲਬ ਗਿਣਤੀ ਤੋਲ ਮਾਪ ਕੇ ਨਾਪ ਕੇ ਤੋਲ ਕੇ ਨਹੀਂ, ਸਦਾ ਬਖਸ਼ਾਂ ਕਰਦਾ ਰਹਿੰਦਾ ਉਹ ਤਾਂ। ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ। ਕਹਿੰਦੇ ਉਸ ਅੱਗੇ ਜਦੋਂ ਅਰਦਾਸ ਕਰੀ ਦੀ ਨਾ ਪ੍ਰਮਾਤਮਾ ਅੱਗੇ, ਤਾਂ ਉਹ ਹਜ਼ਾਰਾਂ ਅਰਦਾਸਾਂ ਸਾਡੀਆਂ ਸੁਣ ਕੇ ਫਿਰ ਅਗਲੀ ਅਰਦਾਸ ਤੇ ਇਦਾਂ ਕਿਰਪਾ ਕਰਦਾ ਜਿੱਦਾਂ ਪਹਿਲੀ ਵਾਰੀ ਕਰਨ ਲੱਗਾ ਹੁੰਦਾ, ਯਾਨੀ ਪਿਛਲੀ ਕਿਰਪਾ ਚੇਤੇ ਹੀ ਨਹੀਂ ਰੱਖਦਾ। ਉਹਨੇ ਨਵੀਂ ਕਿਰਪਾ, ਫਿਰ ਆਪਾਂ ਨਵੀਂ ਬੇਨਤੀ ਕਰਨੀ, ਪ੍ਰੇਮ 'ਚ ਭੇਜ ਕੇ ਉਹਨੇ ਫਿਰ ਕਿਰਪਾ ਕਰ ਦੇਣੀ, ਫਿਰ ਬੇਨਤੀ ਕਰਨੀ, ਉਹਨੇ ਫਿਰ ਕਿਰਪਾ ਕਰ ਦੇਣੀ। ਪ੍ਰਮਾਤਮਾ ਦਾ ਉਪਦੇਸ਼ ਸਦਾ ਨਵਾਂ ਹੁੰਦਾ। ਕਦੇ ਵੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਉਪਦੇਸ਼ ਬੇਹਾ ਤੇ ਪੁਰਾਣਾ ਨਹੀਂ ਹੁੰਦਾ। ਜਿਵੇਂ ਜਪਜੀ ਸਾਹਿਬ ਸਦੀਆਂ ਤੋਂ ਉਹੀ ਚੱਲ ਰਿਹਾ ਤੇ ਉਹੀ ਚੱਲਦਾ ਰਹੇਗਾ, ਉਸੇ ਨਾਲ ਹੀ ਭਲਾ ਹੋ ਰਿਹਾ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਪਵਿੱਤਰ ਮੁਖ ਤੋਂ ਨਿਕਲੇ ਬੋਲ ਸਦਾ ਵਾਸਤੇ ਨਵੇਂ ਹੀ ਹੁੰਦੇ ਆ। ਕਦੀ ਕੋਈ ਸਿੱਖ ਇਹ ਨਹੀਂ ਕਹਿ ਸਕਦਾ ਵੀ ਆਹ ਰਹਿ ਰਸ ਤਾਂ ਕਈ ਸਾਲ ਹੋ ਗਏ ਕਰਦਿਆਂ ਨੂੰ, ਹੁਣ ਕੋਈ ਨਵੀਂ ਰਹਿ ਰਸ ਲਿਆਓ। ਆਹ ਆਸਾ ਦੀ ਵਾਰ ਤਾਂ ਕਈ ਚਿਰ ਦੀ ਸੁਣਦੇ ਆ ਰਹੇ, ਕੋਈ ਨਵੀਂ ਆਸਾ ਦੀ ਵਾਰ ਨਹੀਂ ਹੈਗੀ। ਨਹੀਂ, ਇਹੀ ਰਹਿਣੀ ਆਸਾ ਦੀ ਵਾਰ, ਔਰ ਇਹੀ ਜਪਜੀ ਸਾਹਿਬ, ਇਹੀ ਰਹਿ ਰਸ ਸਾਹਿਬ ਰਹੇਗਾ। ਇਹ ਉਪਦੇਸ਼ ਸਦਾ ਹੀ ਨਵਾਂ, ਔਰ ਉਹ ਸਦਾ ਨਵੀਆਂ ਬਖਸ਼ਾਂ ਕਰਨ ਵਾਲਾ ਹੈ, ਸਦਾ ਵਾਸਤੇ ਦਾਤਾ ਹੈ ਪ੍ਰਮਾਤਮਾ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ ਮਹਾਰਾਜ ਸਾਹਿਬ ਜੀ। ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਕਹਿੰਦੇ ਗੁਰਮੁਖੋ ਦਿਨੇ ਰਾਤ ਉਸ ਪ੍ਰਮਾਤਮਾ ਦੀ ਸੇਵਾ ਵਿੱਚ ਜੁੜ ਜਾਓ ਜਿਹੜਾ ਅੰਤ ਨੂੰ ਆਪਾਂ ਨੂੰ ਛਡਾ ਸਕਦਾ। ਤਿੱਥੈ ਤੂੰ ਸਮਰੱਥ ਜਿੱਥੇ ਕੋਈ ਨਾ ਹੈ। ਹੁਣ ਤਾਂ ਆਪਾਂ ਕਹਿ ਸਕਦੇ ਨਾ ਜੀ ਆਪਣੀ ਫਲਾਣੇ ਬੰਦੇ ਨਾਲ ਵਾਕ ਵੀ ਹੈ, ਚਲੋ ਇੱਥੇ ਉੱਥੇ ਕਿਤੇ ਅੰਦਰ ਬੰਦਾ ਹੋ ਗਿਆ ਤੇ ਫਲਾਣਾ ਛਡਾ ਲੇਗਾ, ਫਲਾਣਾ ਜ਼ਮਾਨਤ ਦੇ ਦੇਗਾ। ਇੱਕ ਜਗ੍ਹਾ ਐਸੀ ਹੋਣੀ ਜਿੱਥੇ ਕੋਈ ਵਾਕਫੀਅਤ ਨਹੀਂ ਚੱਲਣੀ, ਜਿੱਥੇ ਕੋਈ ਪੈਸਾ ਵੀ ਕੰਮ ਨਹੀਂ ਆਉਣਾ, ਸਿਫਾਰਿਸ਼ ਵੀ ਕੋਈ ਨਹੀਂ ਚੱਲ ਸਕਣੀ, ਅਕਲ ਦਾ ਵੀ ਸਾਧ ਸੰਗਤ ਜੀ ਉੱਥੇ ਕੋਈ ਧੇਲਾ ਮੁੱਲ ਨਹੀਂ ਪੈਣਾ। ਕਿੰਨਾ ਚਲਾਕ ਹੋਵੇ ਬੰਦਾ, ਉੱਥੇ ਕੋਈ ਨਹੀਂ ਚੱਲਣੀ ਉਸ ਕਚਹਿਰੀ 'ਚ। ਇਸ ਲਈ ਕਹਿੰਦੇ ਜਿੱਥੇ ਜਿਸ ਪ੍ਰਮਾਤਮਾ ਦੀ ਉੱਥੇ ਚੱਲਦੀ ਹੈ ਨਾ, ਜਿਸ ਗੁਰੂ ਦੀ, ਉਸ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਦਿਨੇ ਰਾਤ ਜੁੜ ਜਾਣਾ ਚਾਹੀਦਾ। ਆਂਦਨ ਸਿਮਰੋ ਤਾਸ ਕਉ
ਜੋ ਅੰਤ ਸਹਾਈ ਹੋਏ। ਇਹ ਵਿਖਿਆ ਦਿਨ ਚਾਰ ਛੇ ਛਾੜ ਚੱਲਿਓ ਸਭ ਕੋਏ। ਕਹਿੰਦੇ ਦਿਨੇ ਰਾਤ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਗੁਰਮੁਖੋ, ਜਿਹੜਾ ਅੰਤਲੇ ਸਮੇਂ ਤੇ ਵੀ ਪ੍ਰਮਾਤਮਾ ਸਹਾਈ ਹੋ ਸਕਦਾ ਹੈ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਕਾਮਣੀ ਦਾ ਅਰਥ ਇੱਥੇ ਉਵੇਂ ਕਾਮਣੀ ਦਾ ਅਰਥ ਹੁੰਦਾ ਇਸਤਰੀ, ਪਰ ਇੱਥੇ ਹੈ ਜਿੰਦ ਇਸਤਰੀ। ਕਹਿੰਦੇ ਹੇ ਮੇਰੀ ਜਿੰਦ ਸੁਣ, ਉਸ ਪ੍ਰਮਾਤਮਾ ਦੀ ਵਡਿਆਈ ਸੁਣ, ਆਪਣੇ ਗੁਰੂ ਦੀ ਸਿਫਤ ਸੁਣ, ਤੇਰਾ ਪਾਰ ਉਤਾਰਾ ਹੋ ਜਾਏਗਾ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ। ਅਸੀਂ ਤਾਂ ਗੁਰੂ ਦੀ ਸੋਭਾ ਸੁਣਦੇ ਨਹੀਂ, ਤੇ ਉਹਨੂੰ ਕਨਵਰਟ ਕਰ ਦਿੱਤਾ ਨਿੰਦਿਆ ਵਿੱਚ, ਤੇ ਨਿੰਦਿਆ ਦਾ ਨਾਂ ਰੱਖ ਲਿਆ ਸੋਭਾ। ਦੋ ਚਾਰ ਗਾਲਾਂ ਕਿਸੇ ਮਹਾਂਪੁਰਖ ਨੂੰ ਕੱਢੋ, ਤਿੰਨ ਚਾਰ ਜਥੇਦਾਰਾਂ ਦੀ ਨਿੰਦਿਆ ਕਰੋ, ਪੰਜ ਚਾਰ ਸਾਧੂਆਂ ਸੰਤਾਂ ਦੀ ਨਿੰਦਿਆ ਕਰ ਲਓ, ਤੇ ਉਹਦਾ ਨਾਂ ਰੱਖ ਲਿਆ ਕਥਾ। ਅੱਜ ਕੱਲ੍ਹ ਇੱਦਾਂ ਹੀ ਹੁੰਦਾ। ਸਟੇਜ ਇਸ ਵਾਸਤੇ ਨਹੀਂ ਮਿਲੀ ਹੁੰਦੀ ਵੀ ਦੂਜਿਆਂ ਨੂੰ ਆਪਾਂ ਨਿੰਦੀਏ ਭੰਡੀਏ। ਹਾਂ, ਜਿੱਥੇ ਗੁਰਮਤਿ ਦੀ ਵਿਰੋਧਤਾ ਹੋ ਰਹੀ ਉਹਦੇ ਉੱਥੇ ਆਪਾਂ ਨੂੰ ਡਟਣਾ ਪਵੇਗਾ। ਸਟੇਜ ਇਸ ਵਾਸਤੇ ਹੈ ਗੁਰਮਤਿ ਤੇ ਪਹਿਰਾ ਦੇਣ ਲਈ, ਗੁਰਮਤਿ ਦ੍ਰਿੜ ਕਰਵਾਉਣ ਵਾਸਤੇ। ਜਿੱਥੇ ਗੁਰਮਤਿ ਦੇ ਸਿਧਾਂਤਾਂ ਦੀ ਉਲਟ ਗੱਲ ਚੱਲਦੀ ਹੈ ਉੱਥੇ ਡਟ ਕੇ ਖੜੋ, ਤੇ ਉਵੇਂ ਲੋਕਾਂ ਦੇ ਉੱਪਰ ਆਪਣਾ ਗੁੱਸਾ ਕੱਢਣ ਲਈ ਸਟੇਜ ਨਹੀਂ ਹੁੰਦੀ। ਗੁਰਬਾਣੀ ਦੇ ਸ਼ਬਦ ਦੀ ਵਿਆਖਿਆ ਵਾਸਤੇ ਹੁੰਦੀ ਸਟੇਜ, ਇਸ ਲਈ ਹੁੰਦੀ ਹੈ। ਪਰ ਹੁਣ ਹੋ ਕੀ ਰਿਹਾ? ਗੁਰੂ ਦੀ ਸਿਫਤ ਦੇ ਨਾਂ ਤੇ ਮਹਾਰਾਜ ਜੀ ਦੀ ਨਿੰਦਿਆ ਕੀਤੀ ਜਾ ਰਹੀ ਹੈ। ਸਿਫਤ ਦੇ ਨਾਂ ਤੇ ਉਹ ਦਇਆਨੰਦ ਨੂੰ ਗਿਆਨੀ ਦਿੱਤ ਸਿੰਘ ਨੇ ਕਿਉਂ ਭਜਾਇਆ ਸੀ ਪੰਜਾਬ ਚੋਂ? ਗੁਰਦੁਆਰਿਆਂ 'ਚ ਕਥਾ ਕਰਦਾ ਸੀ ਸਵਾਮੀ ਦਇਆਨੰਦ, ਤਾਂ ਕਰਦਾ ਸੀ ਮਹਾਰਾਜ ਜੀ ਦੀ ਨਿੰਦਿਆ, ਔਰ ਬੜੇ ਤਰੀਕੇ ਨਾਲ ਕਰਦਾ ਸੀ, ਸਵਾਰ ਕੇ ਵੀ ਬੈਠਿਆਂ ਨੂੰ ਪਤਾ ਹੀ ਨਾ ਲੱਗੇ। ਹੁਣ ਉਹਨਾਂ ਨੂੰ ਨਿਰਣਾ ਨਾ ਕਰਨਾ ਹੋਵੇ ਵੀ ਇਹ ਨਿੰਦਿਆ ਕਰ ਰਿਹਾ ਕਿ ਸਿਫਤ ਕਰ ਰਿਹਾ ਮਹਾਰਾਜ ਦੀ। ਇੱਕ ਦਿਨ ਗਿਆਨੀ ਦਿੱਤ ਸਿੰਘ ਜੀ ਨੇ ਸੁਣ ਲਿਆ, ਲਾਹੌਰ ਚੱਲਦਾ ਪਿਆ ਸੀ ਪ੍ਰੋਗਰਾਮ। ਉਹਨਾਂ ਨੇ ਫਿਰ ਜਾ ਕੇ ਜਿਸ ਸਰਦਾਰ ਦੇ ਘਰੇ ਠਹਿਰੇ ਸੀ ਗਿਆਨੀ ਦਿੱਤ ਸਿੰਘ, ਉਹਨੂੰ ਜਾ ਕੇ ਆਖਿਆ, ਸਰਦਾਰ ਜੀ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਗੁਰਦੁਆਰੇ ਦੀ ਸਟੇਜ ਤੋਂ ਗੁਰੂ ਸਾਹਿਬ ਜੀ ਦੀ ਨਿੰਦਿਆ ਹੋ ਰਹੀ ਹੈ। ਉਹ ਕਹਿੰਦੇ ਅੱਛਾ ਜੀ। ਕਹਿੰਦੇ ਉਹ ਸਵਾਮੀ ਦਇਆਨੰਦ ਮਹਾਰਾਜ ਦੀ ਨਿੰਦਿਆ ਕਰ ਰਿਹਾ, ਤੁਹਾਨੂੰ ਸਮਝ ਨਹੀਂ ਆ ਰਹੀ? ਉਹ ਕਹਿ ਰਿਹਾ ਵੀ ਜਿਹੜਾ ਮਹਾਰਾਜ ਸਾਹਿਬ ਜੀ ਨੇ ਨਿਰਭਉ ਲਿਖਿਆ ਮੂਲ ਮੰਤਰ 'ਚ, ਉਹ ਤੇ ਨਿਰਭਉ ਨੂੰ ਆਪਾਂ ਸੰਸਕ੍ਰਿਤ 'ਚੋਂ ਲਿਆ ਕੇ ਉਲਥਾ ਕਰੀਏ ਤਾਂ ਇੱਦਾਂ ਬਣਦਾ ਹੀ ਨਹੀਂ। ਗੁਰੂ ਸਾਹਿਬ ਜੀ ਤਾਂ ਅਨਪੜ੍ਹ ਸੀ, ਤਾਂ ਤੁਸੀਂ ਉਹਦੇ ਕੋਲੋਂ ਬਚਨ ਸੁਣੀ ਜਾ ਰਹੇ ਹੋ, ਉਹ ਵੀ ਗੁਰਦੁਆਰੇ ਦੀ ਸਟੇਜ ਤੋਂ। ਉਹ ਕਹਿੰਦੇ ਅੱਛਾ, ਪਰ ਸਾਨੂੰ ਤਾਂ ਇੰਨਾ ਗਿਆਨ ਨਹੀਂ ਜੀ, ਜੇ ਉਹ ਨਿੰਦਿਆ ਕਰਦਾ ਤਾਂ ਤੁਸੀਂ ਉਹਦੇ ਨਾਲ ਚਰਚਾ ਕਰੋ। ਫਿਰ ਗਿਆਨੀ ਦਿੱਤ ਸਿੰਘ ਨੇ ਉਹਦੇ ਨਾਲ ਚਰਚਾ ਕੀਤੀ, ਤੇ 3 ਵਾਰ ਚਰਚਾ ਹੋਈ, ਉਹਨੂੰ ਪੰਜਾਬ 'ਚੋਂ ਭਜਾਇਆ, ਤੇ ਮੁੜ ਕੇ ਕਦੀ ਪੰਜਾਬ ਵੱਲ ਉਹਨੇ ਮੂੰਹ ਨਹੀਂ ਕੀਤਾ। ਗਿਆਨੀ ਦਿੱਤ ਸਿੰਘ ਨੇ ਆਖਿਆ, ਗੁਰੂ ਦੀ ਹਜ਼ੂਰੀ 'ਚ ਬਹਿ ਕੇ ਤੇ ਸੁੰਦਰ ਸੁੰਦਰ ਲਫ਼ਜ਼ਾਂ 'ਚ ਲਪੇਟ ਕੇ ਗੁਰੂ ਸਾਹਿਬ ਜੀ ਦੀ ਨਿੰਦਿਆ ਕਰ ਰਿਹਾ ਤੂੰ? ਇਹ ਗੁਰੂ ਦੀਆਂ ਸਿਫਤਾਂ ਕਰਨ ਵਾਸਤੇ ਸਟੇਜ ਹੈ, ਨਿੰਦਿਆ ਵਾਸਤੇ ਨਹੀਂ। ਭਲਾ ਸਿਫਤ ਕੀਤਿਆਂ ਹੋਣਾ ਮਹਾਰਾਜ ਦੀ, ਨਿੰਦਾ ਕੀਤਿਆਂ ਭਲਾ ਨਹੀਂ ਹੋਣਾ। ਨਿੰਦਕ ਦਾਰੂ ਨਾ ਹੀ ਮਹਾਰਾਜ ਨੇ ਆਖਿਆ। ਤੇ ਕਿਸੇ ਵੀ ਤਰੀਕੇ ਨਾਲ ਸਾਧ ਸੰਗਤ ਜੀ ਘੁਮਾ ਫਰਾ ਕੇ ਗੁਰੂ ਸਾਹਿਬ ਜੀ ਦੀ ਨਿੰਦਿਆ ਕੀਤੀ ਜਾਏ, ਆਪਣਾ ਸੁਣਨ ਵਾਲੇ ਦਾ ਵੀ ਭਲਾ ਨਹੀਂ ਹੋਣਾ, ਕਹਿਣ ਵਾਲੇ ਦਾ ਤਾਂ ਹੋਣਾ ਹੀ ਕੀ ਹੈ ਭਲਾ। ਆ ਪੌੜੀ ਪੜੋ ਤੁਸੀਂ, ਗੁਰੂ ਅੰਗਦ ਦੇਵ ਸਾਹਿਬ ਜੀ ਦੀ ਯਾਦ 'ਚ ਹੈ ਨਾ ਸਮਾਗਮ, ਤੇ ਦਮਦਮੀ ਟਕਸਾਲ ਦੇ ਮੁੱਖ ਮਹਾਂਪੁਰਖਾਂ ਦੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੋਭਾ 'ਚ ਕਹਿ ਰਹੇ ਜੇ ਬਾਬਾ ਸੱਤਾ ਬਲਵੰਡਾ। ਉਹ ਕਹਿੰਦੇ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ, ਜਪ ਤਪ ਸਮਝੋ ਨਾਲ ਤੂੰ ਦੁਹਰ ਮੁੱਚ ਗਰੂਰ, ਵਰਹਿ ਦਰਗਹਿ ਗੁਰੂ ਕੀ ਕੁਦਰਤੀ ਨੂਤ, ਜਦ ਸੋ ਹਾਥ ਨ ਲੱਭੀ ਤੂੰ ਉਹ ਠਰੂਰ। ਤੇ ਫਿਰ ਅੱਗੇ ਜਾ ਕੇ ਕਹਿੰਦੇ ਨਿੰਦਾ ਤੇਰੀ ਜੋ ਕਰੇ ਸੋ ਵੰਝੈ ਚੂਰ। ਕਿਉਂ? ਉਹ ਕਹਿੰਦੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਤੁਸੀਂ ਪਰਮਾਤਮਾ ਦਾ ਸਰੂਪ ਜੇ, ਤੁਹਾਡੇ ਦਰਬਾਰ ਵਿੱਚ ਅਕਾਲ ਪੁਰਖ ਦੇ ਦਰ ਤੋਂ ਨੂਰ ਵਰਸਦਾ ਪਿਆ, ਤੁਹਾਡੇ ਦਰਸ਼ਨ ਕੀਤਿਆਂ ਜਨਮ ਮਰਨ ਦੇ ਦੁੱਖ ਕੱਟੇ ਜਾਂਦੇ ਨੇ। ਹੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜਾ ਆਪ ਜੀ ਦੀ ਨਿੰਦਾ ਕਰੇਗਾ ਚੂਰ ਹੀ ਹੋ ਜਾਏਗਾ, ਰਹੇਗਾ ਹੀ ਕੱਖ ਨਾ ਬਾਕੀ। ਕਿਉਂ? ਨੌ ਨਿਧ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ, ਨਿੰਦਾ ਤੇਰੀ ਜੋ ਕਰੇ ਸੋ ਵੰਝੈ ਚੂਰ। ਨੇੜਿਆ ਦਿਸੈ ਮਾਤ ਲੋਕ ਤੁਧ ਸੁਝਿਆ ਦੂਰ। ਕਹਿੰਦੇ ਲੋਕਾਂ ਨੂੰ ਤਾਂ ਨੇੜੇ ਦਿਸਦਾ ਨਾ, ਜੋ ਸੁੱਖ ਸਾਨੂੰ ਦਿਖਾਈ ਦੇ ਰਿਹਾ ਅੱਖਾਂ ਨਾਲ, ਉਹਦੇ ਪਿੱਛੇ ਭੱਜ ਕੇ ਗੁਰੂ ਦੀ ਨਿੰਦਿਆ ਵੀ ਸੁਣ ਵੀ ਲਈ, ਕਰ ਵੀ ਲਈ। ਪਰ ਕਹਿੰਦੇ ਗੁਰੂ ਅੰਗਦ ਦੇਵ ਸਮਰਾ ਆਪ ਜੀ ਨੂੰ ਦੂਰ ਤੱਕ ਦਿਸਦਾ, ਪ੍ਰਲੋਕ ਤੱਕ। ਐਸੇ ਸਤਿਗੁਰੂ ਜੀ ਦੀ ਜਿਹੜਾ ਨਿੰਦਾ ਕਰੇਗਾ, ਕਹਿੰਦੇ ਚੂਰ ਨਾ ਹੋ ਜਾਏਗਾ ਗੁਰਮੁਖੋ। ਤੇ ਜੇ ਅਸੀਂ ਕਹੀਏ ਜੀ ਵੀ ਸਰੋਵਰ ਦਾ ਪਾਣੀ ਆ ਉੱਥੇ ਕਿਉਂ ਜਾ ਕੇ ਚਾਈਨਾ 'ਚ ਛਿੜਕੋ, ਇਹ ਨਿੰਦਾ ਆ, ਇਹ ਨਿੰਦਾ ਮਹਾਰਾਜ ਦੇ ਸਰੋਵਰ ਦੀ, ਉਸ ਸਰੋਵਰ ਦੀ ਜਿਸ ਨੂੰ ਆਪ ਖੁਦਵਾਇਆ ਮਹਾਰਾਜ ਜੀ ਨੇ, ਜਿਸ ਦੇ ਪੌੜ ਆਪ ਪੱਕੇ ਕਰਵਾਏ ਆ, ਜਿਸ ਵਿੱਚ 5ਵੇਂ ਪਾਤਸ਼ਾਹ ਜੀ ਨੇ ਹਰਿਮੰਦਰ ਸਾਹਿਬ ਬਣਾਇਆ। ਕੁਝ ਪ੍ਰਮਾਣ ਦੇ ਕੇ ਕੋਈ ਕਹਿ ਦੇਵੇ, ਪਰ ਹੈ ਇਹ ਨਿੰਦਾ, ਕਿਉਂਕਿ ਉਹਨੂੰ ਅੰਮ੍ਰਿਤ ਆਖਿਆ ਮਹਾਰਾਜ ਸਾਹਿਬ ਜੀ ਨੇ। ਬਾਕੀ ਭਾਵਨਾ ਦੀ ਗੱਲ ਹੈ। ਇਸ ਲਈ ਕਹਿੰਦੇ ਨੇ ਗੁਰਮੁਖੋ ਮੇਰੀ ਜਿੰਦ, ਉਹ ਕਹਿੰਦੇ ਹੇ ਮੇਰੀ ਜਿੰਦ ਸੁਣ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸੋਭਾ ਸੁਣ, ਤਾਂ ਤੇਰਾ ਪਾਰ ਉਤਾਰਾ ਹੋਵੇਗਾ। ਦਇਆਲ ਤੇਰਾ ਨਾਮ ਤਰਾ
ਸਾਧ ਕੁਰਬਾਨ ਜਾਓ। ਹੇ ਦਿਆਲੂ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਆਪ ਜੀ ਦੇ ਨਾਮ ਤੋਂ, ਆਪ ਜੀ ਦੀ ਬਖਸ਼ਿਸ਼ ਤੋਂ ਸਦਕੇ ਜਾਣਾ, ਵਾਰਨੇ ਜਾਣਾ, ਕਿਉਂਕਿ ਤੁਹਾਡੇ ਨਾਮ ਕਰਕੇ ਪਾਰ ਉਤਾਰਾ ਹੋਣਾ। ਕਿਰਪਾ ਕਰਕੇ ਮੇਰੀ ਝੋਲੀ 'ਚ ਤੁਸੀਂ ਨਾਮ ਦਾ ਕਣਕਾ ਪਾ ਦਿਓ। ਇਹ ਅਰਦਾਸ ਬੇਨਤੀ ਹੈ। ਇੱਥੇ ਸਾਧ ਸੰਗਤ ਜੀ ਆਪਾਂ ਹੁਣ ਇੱਥੇ ਪੌੜੀ ਪੂਰੀ ਹੋ ਗਈ ਹੈ। ਅਗਲੀ ਪੌੜੀ ਦੀ ਵਿਚਾਰ ਹੁਣ ਆਪਾਂ ਫਿਰ ਕੱਲ ਨੂੰ ਦੇਖਾਂਗੇ, ਕਿਉਂਕਿ ਸਮਾਂ ਸਤਿਕਾਰਯੋਗ ਭਾਈ ਹਰਦੀਪ ਸਿੰਘ ਜੀ ਦਾ ਉਸ ਸਟੇਜ ਤੇ ਆ ਗਏ ਨੇ। ਉਹਨਾਂ ਨੇ ਆਪ ਜੀ ਦੇ ਦਰਸ਼ਨ ਕਰਨੇ, ਹਰ ਸਾਲ ਹੀ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ। ਉਸ ਰਸਮਈ ਸਮੇਂ ਦਾ ਵੀ ਆਪ ਸੰਗਤਾਂ ਨੇ ਆਨੰਦ ਮਾਣਨਾ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਅਖੀਰਲੀ ਪੰਕਤੀ ਦਾ ਪਾਠ ਗੁਰਮੁਖਾਂ ਤੋਂ ਸਰਵਣ ਕਰਕੇ ਫਿਰ ਫਤਿਹ ਬੁਲਾਈਏ ਜੀ। ਦਇਆਲ ਤੇਰਾ ਨਾਮ ਤਰਾ, ਸਾਧ ਕੁਰਬਾਨ ਜਾਓ। ਰਹਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।